गर तू मुझे नवाजे तेरा कर्म है वरना तेरी रहमतों का बदला मेरी बंदगी नहीं। काशी टीवी देखने वाले साढ़े ही सारे व्यूअर्स ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ ਜੀ। ਅੱਜ ਦੇ ਹਾਲ ਟੋਕ ਸ਼ੋ ਵਿੱਚ ਤੁਹਾਡਾ ਨਿੱਘਾ ਜਿਹਾ ਸਵਾਗਤ ਕਰਦੇ ਹਾਂ ਤੇ ਅੱਜ ਸਾਡੇ ਨਾਲ ਇੱਕ ਸਪੈਸ਼ਲ ਗੈਸਟ ਜੋ ਕਿ ਸੋਲਿਸਿਟਰ ਫਰਮਸ ਤੋਂ ਕਨਫਰਮ ਕੀਤੇ ਗਏ ਨੇ, ਕਵਿਤਾ ਜੀ ਸਾਡੇ ਨਾਲ ਨੇ ਜੋ ਸਾਨੂੰ ਜਾਣਕਾਰੀ ਦੇਣਗੇ ਫੈਮਿਲੀ ਲੋਜ਼ ਦੇ ਬਾਰੇ, ਇੰਪਲੋਇਮੈਂਟ ਤੇ ਉਹਦੇ ਨਾਲ ਰਿਲੇਟਡ ਹੋਰ ਟੌਪਿਕਸ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ। ਉਮੀਦ ਕਰਦੀ ਹਾਂ ਕਿ ਇਹ ਸ਼ੋ ਤੁਹਾਨੂੰ ਬਹੁਤ ਪਸੰਦ ਆਏਗਾ ਤੇ ਨਾਲ ਕਵਿਤਾ ਜੀ ਜੋ ਸਾਡੇ ਲਈ ਖਾਸ ਜਾਣਕਾਰੀ ਆਪਣਾ ਟਾਈਮ ਕੱਢ ਕੇ ਲਿਆਏ ਨੇ ਉਹ ਵੀ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੋਏਗੀ ਤੇ ਉਹਦੇ ਨਾਲ ਤੁਸੀਂ ਕੁਝ ਨਾ ਕੁਝ ਆਪਣੀ ਜਾਂ ਦੂਸਰਿਆਂ ਦੀ ਮਦਦ ਕਰ ਪਾਓਗੇ। ਸੋ ਮਿਲਦੇ ਹਾਂ ਕਵਿਤਾ ਜੀ ਦਾ ਸਵਾਗਤ ਕਰਦੇ ਆਪਣੇ ਕਾਸ਼ੀ ਟੀਵੀ ਤੇ ਉਹਨਾਂ ਦੇ ਆਉਣ ਲਈ। ਸੋ ਥੈਂਕ ਯੂ ਸੋ ਮਚ ਕਵਿਤਾ ਕਮਿੰਗ ਟੂ ਆਵਰ ਸਟੂਡੀਓ ਫॉर ਕਾਸ਼ੀ ਟੀਵੀ। ਹੈਲੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਥੈਂਕ ਯੂ, ਨੋ ਪ੍ਰੋਬਲਮ, ਥੈਂਕ ਯੂ ਫॉर ਇਨਵਾਈਟਿੰਗ ਮੀ। ਕਵਿਤਾ ਥੋੜਾ ਜਿਹਾ ਆਪਣੇ ਬਾਰੇ ਦੱਸੋ ਕਿ ਤੁਸੀਂ ਕੀ ਕਰਦੇ ਹੋ ਕਵੀ। ਹਾਂਜੀ, ਮੈਂ LLB ਆਨਰਸ ਦੀ ਡਿਗਰੀ ਕੀਤੀ ਆ। ਮੈਂ ਯੂਨੀਵਰਸਿਟੀ ਗਈ ਸੀ ਕਿ ਫਿਰ ਲੀਗਲ ਪ੍ਰੈਕਟਿਸ ਦਾ ਪਾਸ ਕੀਤਾ ਸੀਗਾ ਮਾਸਟਰਸ ਦੇ ਨਾਲ। ਫਿਰ 2003 ਮੈਂ ਕੁਆਲੀਫਾਈ ਹੋ ਗਈ ਸੀ ਵਕੀਲ, ਮੇਰਾ ਸਟੇਟਸ ਮਿਲ ਗਿਆ ਸੀਗਾ। ਤਾਂ ਹੁਣ ਮੈਂ ਕੰਮ ਕਰਦੀ ਆਪਣਾ ਹੀ ਫਰਮ ਆ। ਅਸੀਂ ਪੈਲ ਸੋਲਿਸਿਟਰਸ ਦੇ ਕੋਵੈਂਟਰੀ ਦੇ ਲਾਗੇ, ਮੈਂ ਉੱਥੇ ਬੇਸਡ ਆ। ਤਾਂ ਅਸੀਂ ਫੈਮਿਲੀ ਲੋ ਦਾ, ਤਾਂ ਇਮੀਗ੍ਰੇਸ਼ਨ ਦਾ, ਵਿਲਸ ਦਾ, ਪ੍ਰੋਬੇਟ ਦਾ ਕੰਮ ਕਰਦੇ ਹਾਂ। ਸੋ ਕਾਫੀ ਇਨਫੋਰਮੇਸ਼ਨ ਯਾਨੀ ਤੁਸੀਂ ਸਾਡੇ ਲਈ ਅੱਜ ਲੈ ਕੇ ਆਏ ਹੋ ਸਾਡੇ ਵਿਊਅਰਸ ਲਈ। ਸੋ ਐਸੇ ਜਦੋਂ ਅਸੀਂ ਕੋਈ ਵੀ ਕਰੀਅਰ ਚਾਲੂ ਕਰਦੇ ਆ ਕਵਿਤਾ, ਕੁਛ ਨਾ ਕੁਛ ਸਾਡਾ ਰੀਜ਼ਨ ਹੁੰਦਾ। ਤੁਸੀਂ ਸੋਲਿਸਿਟਰ ਬਣੇ, ਕੀ ਰੀਜ਼ਨ ਸੀਗਾ ਵੀ ਦੇयर ਵਾਸ ਸਮਥਿੰਗ ਯੂ ਵਾਂਟਡ ਟੂ ਚੇਂਜ ਇਨ ਆਵਰ ਕਮਿਊਨਿਟੀ ਔਰ ਯੂ ਵਾਸ ਜਸਟ ਇੰਟਰਸਟਿਡ ਇਨ ਇਟ? ਐਕਚੁਅਲੀ ਮੈਨੂੰ ਮੇਰਾ ਸ਼ੌਂਕ ਸੀਗਾ ਵੀ ਮੈਂ ਆਰਗੂਮੈਂਟ ਕਰਾਂ। ਅੱਛਾ, ਲੜਾਈ ਝਗੜੇ ਵਾਲਾ ਸ਼ੌਂਕ ਸੀਗਾ। ਤੇ ਮੇਰੇ ਮੰਮੀ ਡੈਡੀ ਨੇ ਕਿਹਾ ਏਦਾਂ ਕਰ, ਵਕੀਲ ਬਣ ਜਾ, ਕੁੜੀ ਲੜਾਕੀ। ਹਾਂਜੀ ਹਾਂਜੀ, ਉਹੀ ਕਹਿੰਦੇ ਸੀ ਕਿ ਮੈਂ ਪਹਿਲਾਂ ਕਿਹਾ ਮੈਂ ਜਿੱਦਾਂ ਕੋਈ ਨਰਸ ਬਣ ਜਾਂਦੀ ਹਾਂ, ਹੈ ਨਾ। ਤਾਂ ਮੇਰੇ ਡੈਡੀ ਨੇ ਕਿਹਾ ਤੇਰੇ ਕੋਲ ਕੋਈ ਪੇਸ਼ੈਂਸ ਨਹੀਂ ਹੈਗੀ ਤੇ ਉਹ ਰਹਿਣ ਦੇ, ਜਿਹੜੇ ਤੂੰ ਇੰਨਾ ਬਹਿਸਦੀ ਰਹਿੰਦੀ ਆ, ਤੂੰ ਹੈ ਨਾ ਕੁਛ ਯੂਜ਼ਫੁਲ ਕਰ। ਸੋ ਮੈਂ ਕਿਹਾ ਮੈਂ ਵਕੀਲ ਬਣ ਜਾਂਦੀ ਹਾਂ। ਤਾਂ ਮੈਂ ਬਹੁਤ ਇੰਜੋਏ ਕਰਦੀ ਹਾਂ, ਮੈਂ ਬਹੁਤ ਪੈਸ਼ਨੇਟ ਹਾਂ। ਓਕੇ, ਯਾਨੀ ਜਿਹਦਾ ਸੁਭਾਅ ਇੱਦਾਂ ਦਾ ਹੋਏ ਉਹਨੂੰ ਸੋਲਿਸਿਟਰ ਬਣਨਾ ਚਾਹੀਦਾ ਕਵਿਤਾ ਦੇ ਸਾਡੇ ਨਾਲ। ਅੱਛਾ ਕਵਿਤਾ, ਆਪਾਂ ਜਿੱਦਾਂ ਫੈਮਿਲੀ ਲੋਜ਼ ਦੇ ਬਾਰੇ ਸਟਾਰਟ ਕਰਾਂਗੇ। ਸੋ ਫੈਮਿਲੀ ਲੋ ਆਪਾਂ ਜਿੱਦਾਂ ਹਰੇਕ ਇਨਸਾਨ ਦੇ ਵਿਊਜ਼ ਦੇ ਵਿੱਚ ਫੈਮਿਲੀ ਲੋ ਇਜ਼ ਡਿਫਰੈਂਟ। ਤੁਸੀਂ ਐਜ਼ ਅ ਸੋਲਿਸਿਟਰ ਫੈਮਿਲੀ ਲੋ ਕੀ ਕਹੋਗੇ ਵੀ ਫੈਮਿਲੀ ਲੋ ਹੁੰਦਾ ਕੀ ਹੈ? ਹਾਂਜੀ, ਇਹ ਫੈਮਿਲੀ ਲੋ ਹੈ ਨਾ ਇਜ਼ ਅ ਕੁਆਇਟ ਵਾਈਡ ਸਬਜੈਕਟ ਆ। ਹਾਂਜੀ, ਤੁਸੀਂ ਜਿਹੜਾ ਵੀ ਤੁਹਾਡੇ ਫੈਮਿਲੀ ਦੀ ਇਸ਼ੂ ਤੁਹਾਨੂੰ ਅਫੈਕਟ ਹੁੰਦੀ ਆ, ਫੈਮਿਲੀ ਲੋ ਵਕੀਲ ਤੁਹਾਡਾ ਹੈਲਪ ਕਰ ਸਕਦੇ ਆ। ਕਿਉਂਕਿ ਜੋ ਕੋਈ ਡਿਵੋਰਸ ਹੋਇਆ ਜਾਂ ਤਾਂ ਤੁਹਾਡਾ ਆਰਗੂਮੈਂਟ ਹੋਇਆ ਤੁਹਾਡੇ ਘਰ ਦੇ ਵਿੱਚ, ਜਾਂ ਤੁਹਾਨੂੰ ਕੋਈ ਡੋਮੈਸਟਿਕ ਵਾਇਲੈਂਸ ਵੀ ਆ, ਜਾਂ ਤੁਹਾਡੇ ਨਿਆਣਿਆਂ ਦਾ ਕੋਈ ਕੰਮ ਆ, ਜੇ ਤੁਸੀਂ ਸੈਪਰੇਟ ਹੋਏ ਆ ਤਾਂ ਤੁਹਾਡਾ ਐਕਸ ਹਸਬੈਂਡ ਜਾਂ ਹਸਬੈਂਡ ਜਾਂ ਵਾਈਫ ਕਹਿੰਦੇ ਵੀ ਮੈਂ ਨਿਆਣੇ ਨੂੰ ਗੱਲ ਕਰਨੀ ਆ, ਅਸੀਂ ਉਹਦਾ ਵੀ ਤੁਹਾਨੂੰ ਐਡਵਾਈਸ ਦੇ ਸਕਦੇ ਹਾਂ। ਪਰ ਜਿੱਦਾਂ ਸਾਡਾ ਰਾਹ ਪਹਿਲਾਂ ਆ ਵੀ ਤੁਸੀਂ ਡਿਸਕਸ ਕਰੋ, ਪਹਿਲਾਂ ਤੁਸੀਂ ਡਿਸਕਸ ਕਰੋ ਵੀ ਜੇ ਨਹੀਂ ਡਿਸਕਸ਼ਨ ਹੋਇਆ ਤਾਂ ਨਹੀਂ ਤੁਹਾਡਾ ਪ੍ਰੋਬਲਮ ਰਿਜ਼ੋਲਵ ਹੋਇਆ, ਫਿਰ ਤੁਸੀਂ ਵਕੀਲ ਰਾਹ ਤੁਸੀਂ ਚਿੱਠੀਆਂ ਲਿਖ ਸਕਦੇ ਆ। ਅਸੀਂ ਤੁਹਾਡੇ ਲਈ ਚਿੱਠੀਆਂ ਲਿਖ ਕੇ ਪਹਿਲਾਂ ਰਿਜ਼ੋਲਵ ਕਰੂੰਗੇ। ਬਟ ਓਬਵੀਅਸਲੀ ਸਾਡਾ ਜਿਹੜਾ ਐਕਸਪੀਰੀਅੰਸ ਆ ਇੰਨਾ ਸਿੰਪਲ ਨਹੀਂ ਗੱਲ ਹੈਗੀ। ਜੇ ਗੱਲ ਇੰਨੀ ਸਿੰਪਲ ਹੁੰਦੀ ਆ ਫਿਰ ਸਾਡੀ ਤਾਂ ਲੋੜ ਨਹੀਂ ਹੁੰਦੀ ਕੋਈ। ਹਾਂਜੀ, ਵੀ ਆਪਾਂ ਕੋਸ਼ਿਸ਼ ਕਰਦੇ ਹਾਂ ਵੀ ਜਿਹੜੀ ਵੀ ਗੱਲ ਤੁਹਾਡੀ ਪ੍ਰੋਬਲਮ ਹੈਗੀ, ਜਾਂ ਡਿਵੋਰਸ ਆ ਜਾਂ ਨਿਆਣਿਆਂ ਦਾ, ਜਾਂ ਤੁਹਾਡੇ ਕਿੱਦਾਂ ਘਰ ਦਾ ਕੰਮ ਵੀ ਆ, ਡਿਵੋਰਸ ਤੋਂ ਬਾਅਦ ਤੁਹਾਨੂੰ ਕਿਹਨੇ ਮਿਲਣਾ, ਕਿਸੇ ਨੇ ਮਿਲਣਾ, ਕਿਹਨੂੰ ਮਿਲਣਾ, ਹੈ ਨਾ, ਘਰ ਕਿਹਨੂੰ ਮਿਲਣਾ ਆ, ਕਿੰਨੇ ਪੈਸੇ ਮਿਲਣੇ ਤੁਹਾਨੂੰ, ਉਹ ਵੀ ਅਸੀਂ ਸਾਰਾ ਕੰਮ ਕਰਦੇ। ਬਟ ਜੇ ਤੁਹਾਡੀ ਗੱਲ ਨਹੀਂ ਬਣੀ ਪਹਿਲਾਂ ਹੀ, ਫਿਰ ਅਸੀਂ ਤੁਹਾਨੂੰ ਕਹਿਣਾ ਵੀ ਤੁਹਾਨੂੰ ਕੋਰਟ ਰਾਹ ਜਾਣਾ ਪੈਣਾ, ਤੁਹਾਨੂੰ ਪ੍ਰੋਸੀਡਿੰਗਸ ਇਸ਼ੂ ਕਰਨੀਆਂ ਪੈਣੀਆਂ, ਅਸੀਂ ਉਹ ਵੀ ਕੰਮ ਕਰਦੇ ਹਾਂ। ਸੋ ਵਕੀਲ ਫੈਮਿਲੀ ਲੋ ਵਾਲਾ ਤੁਹਾਨੂੰ ਰੈਪਰੈਜ਼ੈਂਟ ਕਰਦਾ ਕੋਰਟ ਵਿੱਚ, ਨਾਲੇ ਤੁਹਾਨੂੰ ਐਡਵਾਈਸ ਵੀ ਕਰਨਾ, ਸਪੋਰਟ ਵੀ ਕਰਨਾ, ਤੁਹਾਨੂੰ ਰਿਫਰ ਵੀ ਕਰਨਾ ਵੀ ਜੇ ਤੁਹਾਨੂੰ ਹੋਰ ਕੋਈ ਵੀ ਹੈਲਪ ਕਰ ਸਕਦੇ ਆ। ਪਰ ਅਦਰਵਾਈਜ਼ ਅਸੀਂ ਕੋਰਟ ਨੂੰ ਜਾਂਦੇ ਹਾਂ, ਐਂਡ ਦੈਟਸ ਰੀਅਲੀ ਮੋਸਟ ਕੇਸਿਸ ਕੋਰਟ ਨੂੰ ਜਾਂਦੇ ਹਾਂ। ਸੋ ਫੈਮਿਲੀ ਕਾਫੀ ਵਾਈਡ ਹੋ ਜਾਂਦਾ ਹੈ। ਐਜ਼ ਅ ਸੋਲਿਸਿਟਰ ਹੈ ਨਾ, ਤੁਸੀਂ ਕੀ ਕਹੋਗੇ ਫੈਮਿਲੀ ਲੋ 'ਚ ਸੋਲਿਸਿਟਰ ਕਿਸ ਤਰੀਕੇ, ਜਿੱਦਾਂ ਤੁਸੀਂ ਦੱਸਿਆ ਵੀ ਲੈਟਰਸ ਵਗੈਰਾ ਵੀ ਲਿਖਦੇ ਆ, ਐਜ਼ ਅ ਫੈਮਿਲੀ ਸੋਲਿਸਿਟਰ ਹਾਊ ਤੁਸੀਂ ਆਪਣੇ ਕਲਾਇੰਟ ਦੀ ਕਿਸ ਤਰੀਕੇ ਦੇ ਨਾਲ ਮਦਦ ਕਰਦੇ ਹੋ, ਇਹਦੇ ਬਾਰੇ ਥੋੜਾ ਜਿਹਾ ਹੋਰ ਦੱਸੋ। ਹਾਂਜੀ, ਪਹਿਲੀ ਤਾਂ ਬਹੁਤ ਇੰਪੋਰਟੈਂਟ ਆ ਮੇਰੇ ਫਰਮ ਤਾਂ ਮੇਰੇ ਲਈ ਵੀ ਅਸੀਂ ਹੈ ਨਾ ਕਲਾਇੰਟ ਨੂੰ ਅੰਡਰਸਟੈਂਡ ਕਰੀਏ ਵੀ ਪ੍ਰੋਬਲਮ ਕੀ ਆ। ਕਈ ਵਾਰੀ ਸਾਨੂੰ ਕਲਾਇੰਟ ਹੈ ਨਾ ਸਾਡੇ ਕੋਲ ਆਉਂਦੇ ਆ, ਪਰ ਜਿਹੜਾ ਪ੍ਰੋਬਲਮ ਆ ਉਹ ਐਕਚੁਅਲੀ ਈਜ਼ੀਲੀ ਰਿਜ਼ੋਲਵ ਹੋ ਸਕਦਾ ਵੀ ਤੁਸੀਂ ਆਪਣੇ ਹਸਬੈਂਡ ਜਾਂ ਵਾਈਫ ਨਾਲ ਪਹਿਲਾਂ ਤੁਸੀਂ ਗੱਲ ਕਰੋ, ਰਾਈਟ। ਕਈ ਵਾਰੀ ਅਸੀਂ ਗੱਲ ਨਹੀਂ ਕਰਦੇ ਐਂਡ ਉਹਦੇ ਵਿੱਚ ਹੀ ਸਾਡਾ ਹੱਲ ਹੁੰਦਾ। ਐਗਜ਼ੈਕਟਲੀ ਤਾਂ ਵਿੱਚ ਹੀ ਫਿਰ ਹੈ ਨਾ ਇਹ ਪ੍ਰੋਬਲਮ ਜਿਹੜੀ ਕਲਾਇੰਟਸ ਦੇ ਨਾਲ ਆ, ਇਹ ਹੈ ਨਾ ਜਿੱਦਾਂ
ਆਪਣੇ ਪੇਰੈਂਟਸ ਨੂੰ ਜਾਂ ਆਪਣੀ ਸਿਸਟਰਸ ਨੂੰ ਜਾਂ ਹੋਰ ਕਿਸੇ ਨੂੰ ਹੈ ਨਾ ਜ਼ਿਆਦਾ ਸੁਣਦੇ ਆ। ਤੁਸੀਂ ਜਿਹੜਾ ਆਪਣਾ ਰਿਲੇਸ਼ਨਸ਼ਿਪ ਆ ਤੁਸੀਂ ਹੈ ਨਾ ਆਪਣਾ ਪ੍ਰਾਇਓਰਟਾਈਜ਼ ਕਰੋ, ਫਿਰ ਤੁਸੀਂ ਵਕੀਲ ਕੋਲ ਆਓ ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਜਿਹੜੀ ਮੈਰਿਜ ਆ ਤੁਹਾਡੀ ਡੈਫੀਨਿਟਲੀ ਤੁਹਾਡੀ ਮੈਰਿਜ ਐਂਡ ਹੋ ਗਈ। ਜਦੋਂ ਤੁਹਾਨੂੰ ਤੁਸੀਂ ਨਾ ਸ਼ੋਰ ਆ ਫਿਰ ਤੁਸੀਂ ਵਕੀਲ ਨੂੰ ਕੰਟੈਕਟ ਕਰੋ, ਬਿਕਾਜ਼ ਪਹਿਲਾਂ ਤਾਂ ਸਾਨੂੰ ਅੰਡਰਸਟੈਂਡਿੰਗ ਹੋਵੇ ਵੀ ਤੁਹਾਡਾ ਪ੍ਰੋਬਲਮ ਕੀ ਆ। ਜਦ ਤੱਕ ਸਾਨੂੰ ਪ੍ਰੋਬਲਮ ਨਹੀਂ ਸਮਝ ਲੱਗਦੀ ਫਿਰ ਅਸੀਂ ਹੈਲਪ ਨਹੀਂ ਕਰ ਸਕਦੇ। I mean some ਵਕੀਲ ਮੈਂ ਹੀ ਤੁਹਾਨੂੰ ਕਹਿ ਸਕਦੇ ਅਸੀਂ ਹੈਲਪ ਕਰ ਸਕਦੇ ਹਾਂ, ਚਿੱਠੀ ਲਿਖ ਲੈਂਦੇ ਹਾਂ, ਪਰ ਤੁਸੀਂ ਇਹ ਚੇਤਾ ਰੱਖਿਓ ਵੀ ਜਦੋਂ ਹੈ ਨਾ ਵਕੀਲ ਇਨਵੋਲਵ ਹੋ ਜਾਂਦਾ ਆ, ਜਦੋਂ ਚਿੱਠੀਆਂ ਲਿਖਣੀਆਂ ਸੀ ਫਿਰ ਦੂਜਾ ਸਾਈਡ ਆ ਉਹਨਾਂ ਨੂੰ ਫਿਰ ਨੈਚੁਰਲੀ ਅਪਸੈਟ ਕਰ ਦੇਣਾ ਤੁਸੀਂ ਹੈ ਨਾ। ਤਾਂ ਕਈ ਵਾਰੀ ਜੇ ਤੁਸੀਂ ਉਹ ਸਟੈਪ ਲੈ ਲਈ ਵਕੀਲ ਨੂੰ ਕਿਹਾ ਤਾਂ ਵੀ ਤੁਸੀਂ ਚਿੱਠੀਆਂ ਲਿਖ ਲਓ ਸਾਡੇ ਲਈ, ਪਰ ਤੁਸੀਂ ਮੁੜ ਕੇ ਨਹੀਂ ਜਾ ਸਕਦੇ ਹੈ ਨਾ। ਤੁਸੀਂ ਪਹਿਲਾਂ ਹੁਣ ਕਹਿ ਦਿੱਤਾ ਵੀ ਮੈਂ ਵਕੀਲ ਕੀਤਾ ਆ, ਮੈਂ ਡਿਵੋਰਸ ਕਰਨਾ ਆ, ਵੀ ਮੈਂ ਆਹ ਲੈਣਾ ਆ, ਮੈਂ ਤੁਹਾਡੀ ਪ੍ਰੋਪਰਟੀ ਲੈਣੀ ਆ, ਤੁਸੀਂ ਮੁੜ ਕੇ ਨਹੀਂ ਜਾ ਸਕਦੇ, ਔਖਾ ਆ। ਸੋ ਪਹਿਲੀ ਗੱਲ ਤਾਂ ਇਹ ਸਾਨੂੰ ਅੰਡਰਸਟੈਂਡ ਤੁਹਾਡਾ ਪ੍ਰੋਬਲਮ ਕੀ ਆ, ਫਿਰ ਅਸੀਂ ਤੁਹਾਨੂੰ ਐਕਸਪਲੇਨ ਐਨ ਕਰਨਾ ਵੀ ਆਹ ਪ੍ਰੋਸੈਸ ਆ। ਜਿੱਦਾਂ ਫੋਰ ਐਗਜ਼ਾਮਪਲ ਜੇ ਤੁਸੀਂ ਡਿਵੋਰਸ ਕਰਨਾ ਹੋਗਾ, ਮੈਂ ਤੁਹਾਨੂੰ ਪਹਿਲਾਂ ਪੁੱਛਣਾ ਵੀ ਹੋਇਆ ਕੀ, ਫਿਰ ਮੈਂ ਪੁੱਛਣਾ ਤੁਹਾਡੀ ਕਿੰਨੇ ਸਾਲ ਦੀ ਮੈਰਿਜ ਆ, ਕੋਈ ਉਦੋਂ ਵੀ ਪ੍ਰੋਬਲਮ ਹੈਗੇ ਆ, ਕੋਈ ਨਿਆਣੇ ਹੈਗੇ ਆ, ਕਿੰਨੇ ਨਿਆਣੇ ਆ, ਤੁਹਾਡੀ ਕਿੰਨੀ ਐਸੈਟਸ ਆ, ਕਿੰਨਾ ਪ੍ਰੋਪਰਟੀ, ਕਿੰਨਾ ਤੁਹਾਡਾ ਪੈਸਿਆਂ ਦਾ ਵਰਥ ਆ, ਕਰਕੇ ਤੁਹਾਨੂੰ ਨਾ ਸਾਰਾ ਕੁਛ ਵੇ ਅਪ ਕਰਨਾ ਪੈਂਦਾ ਵੀ ਮੈਂ ਡਿਵੋਰਸ ਤਾਂ ਲੈ ਸਕਦੀ ਹਾਂ ਬਟ ਐਕਚੁਅਲੀ ਮੈਂ ਰਹਿਣਾ ਕਿੱਥੇ ਆ, ਮੇਰੇ ਨਿਆਣੇ ਨੇ ਕਿਵੇਂ ਦੇਖਣਾ ਆ, ਜਿਹੜੇ ਮੇਰੇ ਫੁੱਲ ਟਾਈਮ ਜੋਬ ਆ। ਜਿੱਦਾਂ ਐਗਜ਼ਾਮਪਲ ਕਈ ਜਾਂਦੇ ਆ ਸੱਸਾਂ ਹੈਲਪ ਕਰ ਦਿੰਦੀਆਂ ਆ ਨਿਆਣਿਆਂ ਦੇ ਨਾਲ, ਵੀ ਤੁਸੀਂ ਫੁੱਲ ਟਾਈਮ ਕਰੀਅਰ ਵੂਮਨ ਹੋ ਸਕਦੇ ਆ ਹੈ ਨਾ, ਅਤੇ ਤੁਹਾਡੇ ਨਿਆਣੇ ਆਪਣੀ ਸੱਸ ਸਾਂਭਦੇ ਆ, ਫਿਰ ਕੀ ਹੋਣਾ, ਤੁਸੀਂ ਕਿੱਦਾਂ ਕੰਮ ਕਰਨਾ, ਤੁਸੀਂ ਸਾਰਾ ਕੁਝ ਸੋਚਣਾ ਪੈਂਦਾ। ਸੋ ਜਦੋਂ ਤੁਸੀਂ ਮੇਰੇ ਕੋਲ ਆਉਣਾ ਮੈਂ ਤੁਹਾਨੂੰ ਸਾਰਾ ਕੁਛ ਨਾ ਸਟੈਪ ਬਾਈ ਸਟੈਪ ਤੁਹਾਨੂੰ ਐਕਸਪਲੇਨ ਕਰਕੇ ਤੁਹਾਨੂੰ ਮੈਂ ਪੁੱਛਣਾ ਵੀ ਅੱਛਾ ਜੇ ਇੱਦਾਂ ਹੋ ਗਿਆ ਫਿਰ ਕਿੱਦਾਂ ਤੁਸੀਂ ਕੰਮ ਕਰੋਗੇ, ਜੇ ਇੱਦਾਂ ਹੋ ਗਿਆ ਤੁਸੀਂ ਪੈਸੇ ਕਿੱਦਾਂ ਮੈਨੇਜ ਕਰੋਗੇ, ਸਾਰਾ ਕੁਝ ਪੁੱਛਣਾ। ਫਿਰ ਤੁਹਾਨੂੰ ਕਹਿਣਾ ਵੀ ਐਕਚੁਅਲੀ ਹੁਣ ਆਪਾਂ ਨੂੰ ਕੋਰਟ ਦੇ ਪੇਪਰ ਆਪਾਂ ਤਿਆਰ ਕਰ ਸਕਦੇ, ਆਪਾਂ ਡਿਵੋਰਸ ਇਸ਼ੂ ਕਰ ਸਕਦੇ, ਪਰ ਤੁਹਾਡਾ ਡਿਵੋਰਸ ਇੰਨਾ ਚਿਰ ਲੱਗ ਜਾਣਾ। ਐਟ ਦ ਮੋਮੈਂਟ ਸਾਡੇ ਕੋਲ ਪ੍ਰੋਬਲਮ ਆ ਕੋਰਟ ਸਿਸਟਮ ਦੇ ਵਿੱਚ। ਹਾਂਜੀ, ਜਿੱਦਾਂ ਜ਼ਿਆਦਾ ਕੋਵਿਡ ਹੋਇਆ ਮਾਰਚ ਤਾਂ ਕੋਰਟ ਸਿਸਟਮ ਵੀ ਲੋਕਡਾਊਨ ਦੇ ਵਿੱਚ ਆ, ਉਦੋਂ ਅਸੀਂ ਕੰਮ ਕਰਦੇ ਆ ਵਕੀਲ ਤਾਂ ਕੋਰਟਸ ਅਸੀਂ ਖੁੱਲ੍ਹੇ ਆ, ਪਰ ਬੈਕਲੌਗ ਬਹੁਤ ਆ। ਜਿਹੜਾ ਡਿਵੋਰਸ 3 ਮਹੀਨੇ ਲੱਗਦੇ ਸੀ ਕਿ ਹੁਣ ਜਿੱਦਾਂ 9-10 ਮਹੀਨੇ ਈਜ਼ੀਲੀ ਲੱਗ ਜਾਣਾ ਆ। ਨਾਲੇ ਐਕਚੁਅਲੀ ਇਟਸ ਰਿਲੇਟਿਡ ਪ੍ਰੋਬਲਮ। ਜਿੱਦਾਂ ਮੈਂ ਆਪਣੇ ਕਲਾਇੰਟਸ ਨੂੰ ਪੁੱਛਦੀ ਹਾਂ ਡਿਊਰਿੰਗ ਦ ਪ੍ਰੋਸੈਸ ਤੁਸੀਂ ਡਿਵੋਰਸ ਦਾ ਇਸ਼ੂ ਕਰਤਾ, ਤੁਸੀਂ ਰਹਿਣਾ ਕਿੱਥੇ ਆ। ਕਿ ਤੁਸੀਂ ਕਲਾਇੰਟਸ ਨੂੰ ਅੰਡਰਸਟੈਂਡ ਹੋਣਾ ਚਾਹੀਦਾ ਬਈ ਜਦੋਂ ਹੈ ਨਾ ਘਰ ਤੁਹਾਡਾ ਦੋਨਿਆਂ ਦਾ ਹੁੰਦਾ ਆ, ਤੁਸੀਂ ਕਹਿ ਨਹੀਂ ਸਕਦੇ ਦੂਜੀ ਪਾਰਟੀ ਨੂੰ ਵੀ ਤੁਹਾਨੂੰ ਜਾਣਾ ਪੈਣਾ, ਮੈਂ ਰਹਿਣਾ ਇੱਥੇ। ਜਦ ਤੱਕ ਤੁਹਾਡੇ ਫਾਈਨੈਂਸਿਸ ਨਾ ਰਿਜ਼ੋਲਵ ਨਹੀਂ ਹੁੰਦੇ, ਉਹ ਦੂਜੀ ਪਾਰਟੀ ਦਾ ਰਾਈਟ ਹੁੰਦਾ, ਉਹਦਾ ਹੱਕ ਹੁੰਦਾ ਵੀ ਮੈਂ ਘਰ ਵਿੱਚ ਰਹਿਣਾ। ਫਿਰ ਓਬਵੀਅਸਲੀ ਉਹ ਡਿਫਿਕਲਟ ਸਿਚੁਏਸ਼ਨ ਹੋ ਜਾਂਦਾ, ਕਰਕੇ ਤੁਸੀਂ 2 ਜਾਣੇ ਡਿਵੋਰਸ ਕਰਨ ਲੱਗੇ ਆ, ਤੁਹਾਡੇ ਘਰ ਵੀ ਸੇਮ ਹੀ ਆ। ਤੁਸੀਂ ਜਿੱਦਾਂ ਡਿਨਰ ਖਾਣਾ ਇੱਕ ਵਾਰੀ ਨੇ 6 ਵਜੇ ਖਾਣਾ, ਦੂਜੇ ਨੇ 8 ਵਜੇ ਖਾਣਾ, ਤੁਸੀਂ ਕਿਚਨ ਯੂਜ਼ ਕਰਨੀ। ਜਦੋਂ ਡਿਵੋਰਸ ਦੀ ਸਿਚੁਏਸ਼ਨ ਆ ਜਾਂਦੀ ਆ ਉਦੋਂ ਫਿਰ ਜ਼ਿਆਦਾ ਕਨਫਲਿਕਟ ਵੀ ਜ਼ਿਆਦਾ ਹੋ ਜਾਂਦਾ ਕਿ ਨਹੀਂ ਇਸ ਟਾਈਮ ਤੇ ਨਹੀਂ, ਉਹਨੂੰ ਅਗਲੇ ਨਾਲ ਪੰਗਾ ਲੈਣ ਲਈ ਜਿੱਦਾਂ ਆਪਾਂ ਕਹਿੰਦੇ ਆ, ਉਹਦੇ ਕਰਕੇ ਫਿਰ ਬੱਚੇ ਵੀ ਉਹਦੇ ਵਿੱਚ ਆ ਜਾਂਦੇ ਹੈਗੇ ਕਿ ਹਾਂ ਵੀ ਕਿੰਨੇ ਸੋਟ ਹੈ। ਪਰ ਇੱਕ ਗੱਲ ਮੈਨੂੰ ਤੁਹਾਡੀ ਕਵਿਤਾ ਬਹੁਤ ਅੱਛੀ ਲੱਗੀ, ਜੋ ਆਈ ਥਿੰਕ ਜਿੰਨੇ ਅਸੀਂ ਸੋਲਿਸਿਟਰ ਬੁਲਾਏ ਨੇ ਉਹਨਾਂ ਨੇ ਇਹ ਗੱਲ ਨਹੀਂ ਕਲੀਅਰ ਕੀਤੀ ਸੀ ਵੀ ਕਿ ਪਹਿਲੇ ਤੁਸੀਂ ਜਿੱਦਾਂ ਗੱਲਬਾਤ ਕਰਦੇ ਹੋ ਹੈ ਨਾ, ਪੂਰਾ ਉਹਨਾਂ ਦਾ ਇੱਕ ਕਿਸਮ ਦੀ ਹਿਸਟਰੀ ਲੈਂਦੇ ਹੋ ਵੀ ਹਾਂ ਇਹ ਤੇ ਇਸ ਤਰੀਕੇ ਦੇ ਨਾਲ ਹੱਲ ਹੋ ਸਕਦਾ, ਵਿਚ ਇਜ਼ ਵੈਰੀ ਗੁੱਡ। ਬਿਕੋਜ਼ ਇਹ ਕਿਸੇ ਨੇ ਐਕਸਪਲੇਨ ਨਹੀਂ ਕੀਤਾ ਵੀ ਜਦੋਂ ਸੋਲਿਸਿਟਰ ਕੋਲ ਜਾਈਦਾ ਉਹ ਕਹਿੰਦੇ ਵੀ ਪੇਪਰ ਵਰਕ ਦੇਖਦੇ ਆ ਵੀ ਹਾਂ ਅਸੀਂ ਡਿਵੋਰਸ ਕਰ ਦਿੰਦੇ ਹਾਂ ਅਸੀਂ, ਤੇ ਪਰ ਜਿੱਦਾਂ ਤੁਸੀਂ ਦੱਸਿਆ ਵੀ ਅਸੀਂ ਪਹਿਲੇ ਉਹਦਾ ਪੁੱਛਦੇ ਆ ਸਾਰਾ। ਹਾਂਜੀ, ਸੋ ਉਹ ਜਿਹੜੀ ਚੀਜ਼ ਹੈਗੀ ਹੈ ਇੱਕ ਬਹੁਤ ਡਿਫਰੈਂਟ ਹੈ। ਕਈ ਵਾਰੀ ਉਹਦੇ ਵਿੱਚ ਹੀ ਹੱਲ ਨਿਕਲ ਜਾਂਦਾ ਜਦੋਂ ਤੁਸੀਂ ਅਗਰ ਕਿਸੇ ਨੂੰ ਕਹੋ ਵੀ ਹਾਂ ਜਿੱਦਾਂ ਤੁਸੀਂ ਦੱਸਿਆ ਵੀ ਅਗਰ ਤੁਹਾਡੀ ਮਦਰ ਇਨ ਲੋ ਲੁੱਕ ਆਫਟਰ ਕਰ ਰਹੀ ਹੈ ਬੱਚਿਆਂ ਦੀ, ਗਾਂ ਅਗਰ ਡਿਵੋਰਸ ਹੋ ਗਿਆ ਉਹ ਫਿਰ ਕਿੰਨੇ ਕਰਨੀ ਹੈ। ਹਾਂਜੀ, ਜਦੋਂ ਤੁਸੀਂ ਕੁਐਸਚਨ ਕਲਾਇੰਟ ਦੇ ਅੱਗੇ ਰੱਖਦੇ ਹੋ ਤੇ ਉਹ ਫਿਰ ਸੋਚਣ 'ਚ ਮਜਬੂਰ ਹੋ ਜਾਂਦਾ ਵੀ ਹਾਂ ਹੁਣ ਮੈਂ ਗਾਂ ਸਟੈਪ ਤੇ ਆ ਚੁੱਕ ਰਿਹਾ ਤੇ ਇਹਦੇ 'ਚ ਮੈਂ ਕਿਸ ਤਰੀਕੇ ਦੇ ਨਾਲ ਮੇਰੇ ਸੋਲਿਸਿਟਰ ਮੇਰੀ ਹੈਲਪ ਕਰਨਗੇ। ਸੋ ਦੈਟਸ ਵੈਰੀ ਬਿਗ ਪੁਆਇੰਟ ਜੋ ਕਿ ਸਾਡੇ ਕਈ ਸੋਲਿਸਿਟਰਸ ਨੇ ਮੈਂਸ਼ਨ ਨਹੀਂ ਕੀਤਾ ਐਂਡ ਯੂ ਹੈਵ ਮੈਂਸ਼ਨ। ਸੋ ਜਿਹੜੀ ਰਿਕੁਆਇਰਮੈਂਟ ਹੁੰਦੀ ਹੈ ਡਿਵੋਰਸ ਦੀ ਇਨ UK ਆਪਾਂ ਉਹਦੇ ਬਾਰੇ ਗੱਲ ਕਰਦੇ ਹਾਂ ਕਿ ਉਹ ਕੀ ਹੁੰਦੀ ਹੈ ਜਿੱਦਾਂ। ਹਾਂਜੀ,
ਪਹਿਲਾਂ ਤਾਂ ਇੰਪੋਰਟੈਂਟ ਆ ਵੀ ਤੁਸੀਂ 1 ਸਾਲ ਲਈ ਤੁਹਾਡਾ ਵਿਆਹ ਲਾਸਟ ਹੋਵੇ ਓਕੇ 1 ਸਾਲ ਲਈ ਜੇ ਤੁਸੀਂ ਜਿੱਦਾਂ 6 ਮਹੀਨਿਆਂ ਦਾ ਵਿਆਹ ਆ ਤੁਸੀਂ ਮੈਨੂੰ ਆਵੇ ਕਹੇ ਵੀ ਮੇਰਾ ਡਿਵੋਰਸ ਹੋਣਾ ਆ ਮੈਂ ਤੁਹਾਨੂੰ ਇਹੀ ਗੱਲ ਕਹਿਣੀ ਤੁਸੀਂ ਡਿਵੋਰਸ ਨਹੀਂ ਕਰ ਸਕਦੇ ਪਹਿਲਾਂ 1 ਸਾਲ ਪਾਸ ਹੋਣਾ ਚਾਹੀਦਾ ਆ ਜਦ ਤੱਕ ਉਹ ਐਕਸਪਾਇਰੀ ਦਾ 1 ਸਾਲ ਨਹੀਂ ਹੋਇਆ ਫਿਰ ਤੁਸੀਂ ਮੈਨੂੰ ਮੁੜ ਕੇ ਫਿਰ ਆਣ ਕੇ ਮੇਰੇ ਨਾਲ ਗੱਲ ਕਰ ਸਕਦੇ ਆ ਬਟ ਜੈਨੂਅਲੀ ਸਪੀਕਿੰਗ ਪ੍ਰੋਬਲਮਸ ਜਿਹੜੇ ਮੈਂ ਦੇਖੇ ਆ ਮੇਰੀ ਜੌਬ ਦੇ ਵਿੱਚ ਜਿੱਦਾਂ ਮੈਂ ਐਗਜ਼ਾਮਪਲ ਦੇਵਾਂ ਇਸਲਾਮਿਕ ਵੈਡਿੰਗ ਆ ਦੀ ਨਿਕਾਹ ਸੈਰੇਮਨੀ ਹਾਂਜੀ ਉਹ ਐਕਚੁਅਲੀ ਲੋ ਦੇ ਵਿੱਚ ਲੀਗਲੀ ਬਾਈਂਡਿੰਗ ਨਹੀਂ ਹੈਗੀ ਬਿਕਾਜ਼ ਉਹ ਸੈਰੇਮਨੀ ਆ ਉਹ ਯੂਕੇ ਲੋ ਰੈਕਗਨਾਈਜ਼ ਨਹੀਂ ਕਰਦੇ ਵੀ ਇਹ ਲੀਗਲ ਵੈਡਿੰਗ ਆ ਤੁਹਾਨੂੰ ਨਿਕਾਹ ਦੇ ਬਾਅਦ ਤੁਹਾਨੂੰ ਰਜਿਸਟਰੀ ਆਫਿਸ ਤੇ ਜਾ ਕੇ ਵਿਆਹ ਰਜਿਸਟਰ ਕਰਨਾ ਚਾਹੀਦਾ ਆ ਜਦੋਂ ਤੁਸੀਂ ਰਜਿਸਟਰ ਕਰਤਾ ਫਿਰ ਤੁਹਾਡਾ ਲੀਗਲੀ ਬਾਈਂਡਿੰਗ ਵਿਆਹ ਹੋ ਗਿਆ ਫਿਰ ਲੋ ਰੈਕਗਨਾਈਜ਼ ਕਰਦੀ ਵੀ ਤੁਹਾਡਾ ਵਿਆਹ ਹੋਇਆ ਆ ਓਕੇ ਅਪ ਅੰਟਿਲ ਦੈਨ ਤੁਸੀਂ ਇੱਦਾਂ ਜਿੱਦਾਂ ਲੋ ਤੁਹਾਨੂੰ ਇੱਦਾਂ ਕਰਦੀ ਪਈ ਤੁਸੀਂ ਇਕੱਠੇ ਹੀ ਰਹਿੰਦੇ ਬਸ as a partner but not as a marriage as a wife so ਕਵਿਤਾ ਕੀ ਹੈ ਜਿਹੜੀ ਜਿੱਦਾਂ ਤੁਸੀਂ ਨਿਕਾਹ ਦੇ ਬਾਰੇ ਗੱਲ ਕੀਤੀ ਹੈ ਐਂਡ ਸਾਡੇ ਕਈ ਵਿਊਅਰਸ ਜਾਣਨੇ ਚਾਹਣਗੇ ਕਿ ਵੀ ਜਿੱਦਾਂ ਕਿ ਮੈਰਿਜ ਆਪਣੇ ਗੁਰਦੁਆਰਾ ਸਾਹਿਬ 'ਚ ਵੀ ਹੁੰਦੀ ਹੈ ਤੇ ਮੰਦਿਰ ਦੇ ਵਿੱਚ ਵੀ ਹੁੰਦੀ ਹੈ ਅੰਟਿਲ ਰਜਿਸਟਰ ਕਰਨਾ ਜ਼ਰੂਰੀ ਹੈ ਉਹਨੂੰ ਵੀ ਇੱਥੇ ਕਿ ਆਲਰੇਡੀ ਆਟੋਮੈਟਿਕਲੀ ਯੂਕੇ ਦੇ ਵਿੱਚ ਆਈ ਮੀਨ ਟੂ ਸੇ ਉਹ ਰਜਿਸਟਰ ਹੋ ਜਾਂਦੀ ਹੈ ਨਹੀਂ ਆਟੋਮੈਟਿਕਲੀ ਨਹੀਂ ਹੁੰਦੀ ਜਿੱਦਾਂ ਆਪਾਂ ਗੁਰਦੁਆਰੇ ਜਾਂਦੇ ਆਪਾਂ ਵਿਆਹ ਕਰਾਉਂਦੇ ਆ ਯੂ ਵਿਲ ਨੋਟਿਸ ਜਿੱਦਾਂ ਮੋਸਟ ਆਫ ਦ ਟਾਈਮ ਤੁਹਾਨੂੰ ਪਿੱਛੇ ਲੈ ਜਾਂਦੇ ਜੱਜ ਮੋਹਰੇ ਆ ਜਾਂਦੇ ਤੁਹਾਡੇ ਕੋਲ ਹੈ ਨਾ ਵੀ ਕਹਿੰਦੇ ਵੀ ਤੁਹਾਡਾ ਐਗਰੀਮੈਂਟ ਹੈਗਾ ਹੈ ਵਿਆਹ ਨੂੰ ਤਾਂ ਸਾਰੇ ਜਿਹੜੇ ਲੀਗਲ ਰਿਕੁਆਇਰਮੈਂਟਸ ਉਹ ਲਿਖਦੇ ਹੁੰਦੇ ਫਿਰ ਤੁਹਾਡਾ ਮੈਰਿਜ ਸਰਟੀਫਿਕੇਟ ਦਿੰਦੇ ਤੁਹਾਨੂੰ ਉਦੋਂ ਹੀ ਦੇ ਦਿੰਦੇ ਆ ਗੁਰਦੁਆਰੇ ਦੇ ਵਿੱਚ ਪਰ ਉਹ ਜਿਹੜਾ ਗੁਰਦੁਆਰਾ ਹੈ ਨਾ ਉਹਨਾਂ ਨੂੰ ਰਜਿਸਟਰ ਕਰਨਾ ਪੈਂਦਾ ਆ ਉੱਦਾਂ ਹੀ ਨਹੀਂ ਦੇ ਸਕਦੇ ਤੁਹਾਨੂੰ ਸਰਟੀਫਿਕੇਟ ਸੋ ਜਦੋਂ ਤੁਸੀਂ ਵਿਆਹ ਕਰਨਾ ਤੁਸੀਂ ਮੇਕ ਸ਼ੋਰ ਕਰੋ ਵੀ ਜਿਹੜਾ ਗੁਰਦੁਆਰਾ ਹੈਗਾ ਉਹ ਰਜਿਸਟਰਡ ਵੀ ਹੈਗਾ ਆ ਟੂ ਐਕਚੁਅਲੀ ਪਰਫਾਰਮ ਵੈਡਿੰਗ ਸੈਰੇਮਨੀਜ਼ I mean mostly ਗੁਰਦੁਆਰੇ ਠੀਕ ਆ as in the register ਹੁੰਦੇ ਆ ਠੀਕ ਆ ਮੰਦਰ ਵੀ register ਹੁੰਦੇ mainly but it's a type of ceremony ਜਿਹੜਾ ਤੁਸੀਂ ਕਰਦੇ ਹੈ ਨਾ ਉਹ ਜਿੱਦਾਂ ਨਿਕਾਹ ceremony ਉਹ ਲੀਗਲ ਨਹੀਂ ਹੈਗੀ ਕਰਕੇ ਤੁਹਾਨੂੰ ਸਰਟੀਫਿਕੇਟ ਨਹੀਂ ਮਿਲਣਾ ਮੈਰਿਜ ਸਰਟੀਫਿਕੇਟ ਤੁਹਾਨੂੰ ਫਿਰ ਰਜਿਸਟਰੀ ਆਫਿਸ ਤੇ ਜਾ ਕੇ ਫਿਰ ਤੁਹਾਨੂੰ ਸਰਟੀਫਿਕੇਟ ਮਿਲਣਾ ओके सो जिन्हों का निकाह जोड़े करते उन्होंने लिए बहुत जरूरी है कि अगर निकाह सेरेमनी है तो जरूर रजिस्टर बिकॉज वो एज ए सेरेमनी काउंट होंदा है नॉट एज ए मैरिज काउंट होंदा सो जेडे भी निकाह करते हैं उन्होंने लिए बहुत जरूरी है कि वो जाके रजिस्टर ऑफिस जरूर अपने डॉक्यूमेंट्स के थ्रू भी मैरिज रजिस्टर करान अदरवाइज उन्होंने विआह जोड़ा लीगली नहीं मनिया जाता है सो दे हैव टू रजिस्टर विच इज़ वैरी इंपोर्टेंट जिदा कि कविता ने दसिया गुरुद्वारा साहब या मंदिर के मोस्ट लाइकली दे विल बी समबडी बट जेकर नहीं है तो तुसी कन्फर्म बिफोर यू गेट मैरिड तुसी कन्फर्म करा लो भी उत्थे हैगा नहीं तो दे हैव अनदर ऑप्शन टू गो टू रजिस्टर मैरिज ऑफिस एंड उत्थे रजिस्टर करवा के ही तुहाडी जिहड़ी मैरिज है वो वैलिड होएगी अदरवाइज योर मैरिज इज़ नॉट वैलिड इफ यू हैव अनरजिस्टर्ड सो कविता होर जानना चाहांगे कि जिद्दां कि आपां कई बारी इंडिया या पाकिस्तान भी मैरिजेस हो के लोग आते हैं एंड विद इन दैट टाइम दे कैन गिव डिवोर्स इज वेल और नॉट और देयर इज़ अ सर्टन लिमिटेशन उन्हां दी सर्टन लिमिटेशन ਹੁੰਦੀ ਹੈ ਬਿਕਾਜ਼ ਆਫ ਇਮੀਗ੍ਰੇਸ਼ਨ ਨਹੀਂ ਇਟ ਸਟਾਰਟ ਜਿਹੜਾ ਸਾਡਾ ਟਾਈਮ ਆ ਉਹ ਉੱਥੇ ਮੈਰਿਜ ਤੋਂ ਸਟਾਰਟ ਹੁੰਦਾ ਨੋਟ ਜਦੋਂ ਉਹ ਆਉਂਦੇ ਇੱਥੇ ਕੰਟਰੀ ਦੇ ਵਿੱਚ ਕਰਕੇ ਜਿੱਦਾਂ ਇੰਡੀਆ ਵੀ ਸਾਡੇ ਵਿਆਹ ਹੁੰਦੇ ਸਾਡੇ ਕਲਾਇੰਟਸ ਦੇ ਵਿਆਹ ਇੰਡੀਆ ਹੁੰਦੇ ਆ ਫਿਰ ਉਹ ਇੰਡੀਆ ਲੋਕਲੀ ਮੇਰਾ ਖਿਆਲ ਇਹਨੂੰ ਕਿ ਮੈਨੂੰ ਪਤਾ ਨਹੀਂ ਸਰਪੰਚ ਕਹਿੰਦੇ ਹੁੰਦੇ ਸਰਪੰਚ ਕੋਲ ਜਾ ਕੇ ਤੁਹਾਨੂੰ ਆਪਣਾ ਰਜਿਸਟਰ ਕਰਨਾ ਪੈਂਦਾ ਮੈਨੂੰ ਲੱਗਦਾ ਹੈ ਨਾ ਮੈਨੂੰ ਕੋਈ ਮੇਰੇ ਕਲਾਇੰਟਸ ਮੈਨੂੰ ਦੱਸਦੇ ਆ ਪਰ ਉੱਦਾਂ ਇੰਡੀਆ ਰਜਿਸਟਰ ਹੋ ਜਾਂਦਾ ਵਿਆਹ ਜੇ ਤੁਸੀਂ ਰਜਿਸਟਰ ਕਰੋ ਉਹ ਸਟਾਰਟ ਉਦੋਂ ਹੀ ਹੋ ਜਾਂਦਾ ਤੁਹਾਡਾ 1 ਸਾਲ ਸੋ ਐਗਜ਼ਾਮਪਲ ਜੇ ਤੁਸੀਂ 2019 ਦਾ ਵਿਆਹ ਕਰਾਇਆ ਇੰਡੀਆ ਜਾ ਕੇ ਰਾਈਟ everything's fine ਤੁਹਾਡਾ ਰਜਿਸਟਰ ਸਰਟੀਫਿਕੇਟ ਹੈਗਾ ਆ ਤਾਂ ਕੁੜੀ ਦਾ ਐਗਜ਼ਾਮਪਲ ਆ ਕੁੜੀ ਆ ਜਾਂਦੀ ਮੁੜ ਕੇ UK ਨੂੰ ਪਰ ਮੁੰਡਾ ਹਜੇ ਇੰਡੀਆ ਕਰਕੇ ਤੁਸੀਂ ਮੰਗਾਉਣਾ ਤੁਸੀਂ ਆਪਣੀ ਸਾਰੇ ਇਨਫੋਰਮੇਸ਼ਨ ਗੈਦਰ ਕਰਨੀ ਆ ਉਹ ਜਾਂ ਕੁੜੀ ਨੂੰ ਫਾਈਂਡ ਆਊਟ ਕੁੜੀ ਕਹਿੰਦੀ ਵੀ 6 ਮਹੀਨੇ 2 ਸਾਲ ਬਾਅਦ ਕੁੜੀ ਕਹਿੰਦੀ ਵੀ ਮੈਂ ਇਹਨੂੰ ਮੰਗਾਉਣਾ ਨਹੀਂ ਹੈਗਾ ਕਰਕੇ ਮੈਂ ਠੀਕ ਨਹੀਂ ਹੈਗੀ ਮੈਂ ਹੋਰ ਕਿਸੇ ਨੂੰ ਮਿਲ ਪਿਆ ਜਾਂ ਕੋਈ ਵੀ ਗੱਲ ਕਿਸੇ ਹੋਰ ਨਾਲ ਪਿਆਰ ਹੋ ਗਿਆ ਉਹੀ ਹੈ ਨਾ ਇੱਦਾਂ ਕਹਿ ਸਕਦੇ ਹੈ ਨਾ ਇੱਦਾਂ ਹੁੰਦਾ ਵੀ ਹੈਗਾ ਆ ਆਪਾਂ ਕਹਿ ਸਕਦੇ ਓਕੇ ਠੀਕ ਆ ਹਾਂਜੀ 2 ਸਾਲ ਦਾ ਸਟਾਰਟ ਹੋ ਗਿਆ ਜਦੋਂ ਤੁਸੀਂ ਵਿਆਹ ਕਰਾਇਆ ਇਨ 2019 ਨੋਟ ਵੀ ਉਹ ਹਜੇ ਆਇਆ ਨਹੀਂ ਹੈਗਾ ਓਬਵੀਅਸਲੀ ਜਿਹੜਾ ਪ੍ਰੋਸੈਸ ਆ ਡਿਵੋਰਸ ਦਾ ਉਹ ਥੋੜਾ ਜਿਹਾ ਔਖਾ ਹੋ ਜਾਣਾ ਕਰਕੇ ਡਿਵੋਰਸ ਆਪਾਂ UK ਚੋਂ ਕਰਨਾ ਪੇਪਰ ਆਪਾਂ UK ਨੂੰ ਕਰਨੇ ਇੰਡੀਆ 'ਚ ਤੁਹਾਡਾ ਖਰਚਾ ਵੀ ਵੱਧ ਜਾਣਾ ਕਰਕੇ ਆਪਾਂ ਨੂੰ ਫਿਰ ਨਾ ਜਿੱਦਾਂ ਇਹ ਪਰਸਨਲ ਸਰਵਿਸ ਜਿੱਦਾਂ ਬੇਲਿਫਟ ਨਹੀਂ ਹੁੰਦਾ ਆਪਾਂ ਨੂੰ ਪੇਪਰ ਜਦੋਂ ਨੌਕ ਕਰਕੇ ਆਹ ਤੁਹਾਡੇ ਪੇਪਰ ਉਹ ਵੀ ਕਰਨਾ ਪੈਂਦਾ ਇੰਡੀਆ ਸੋ ਪ੍ਰੋਸੈਸ ਤਾਂ ਸੇਮ ਆ ਡਿਵੋਰਸ ਦੀ
हाँ जी ਬਟ ਐਕਚੁਅਲੀ ਕਾਸਟ ਹੋਰ ਹੋ ਜਾਂਦਾ ਕਰਕੇ ਸਾਰਾ ਕੁਝ ਫਿਰ ਇੰਡੀਆ ਜਾਣਾ ਪੈਂਦਾ ਉਹ ਪੇਪਰ ਵਰਕ ਸਾਨੂੰ ਇੰਡੀਆ ਨੂੰ ਘੱਲਣੀ ਪੈਂਦੀ ਆ Okay. हाँ जी, so it's more actually काफी hard हो जाता है इतना हाँ जी it's better ਜਿੱਦਾਂ ਟੈਕਟਿਕਲੀ ਮੈਂ ਕਹਿ ਸਕਦੀ ਹਾਂ ਜੇ ਮੁੰਡਾ ਕੰਟਰੀ ਦੇ ਵਿੱਚ ਆ ਜਾਵੇ ਜਦੋਂ ਉਹ ਆ ਜਾਵੇ ਫਿਰ ਤੁਸੀਂ ਡਿਵੋਰਸ ਕਰ ਸਕਦੇ ਆ ਉਹ ਥੋੜਾ ਜਿਹਾ ਕੰਮ ਸਕਾਲਾ ਹੋ ਜਾਂਦਾ ਆ ਮੇਰੀ ਇਹ ਐਡਵਾਈਸ ਨਹੀਂ ਹੈਗੀ ਮੈਂ ਉਦਾਂ ਕਹਿੰਦੀ ਹਾਂ ਵੀ ਟੈਕਟਿਕਲੀ ਆਪਾਂ ਸੋਚ ਸਕਦੇ ਆ we can think that way ਮੁੜ ਕੇ ਅਗਰ ਮੁੰਡਾ ਕਹੇ ਵੀ ਹੁਣ ਮੇਰਾ ਡਿਵੋਰਸ ਹੋ ਗਿਆ ਔਰ ਮੁੜ ਕੇ ਅਗਰ ਲੇਡੀ ਨਾ ਚਾਹੇ going back situation ਹੋ ਸਕਦੀ ਹੈ ਕਵਿਤਾ ਵੀ you know if they want to get divorce ਇੱਥੇ ਆ ਕੇ ਕੁੜੀ ਜਿਹੜੀ ਹੈ ਮੁੰਡੇ ਨੂੰ ਮੰਗਾ ਲੈਂਦੀ ਹੈ but she decided not to divorce ਉਹ ਤਾਂ ਠੀਕ ਹੈ ਫਿਰ ਹਾਂਜੀ ਤੁਸੀਂ ਮਾਈਂਡ ਆਪਣਾ ਚੇਂਜ ਕਰ ਸਕਦੇ ਆ ਤੁਸੀਂ ਤੁਹਾਡੇ ਕੋਲ ਪਹਿਲਾਂ ਡਿਵੋਰਸ ਕੋਰਟ ਵਿੱਚ ਲੌਜ ਹੁੰਦਾ ਹਾਂਜੀ ਫਿਰ ਮੁੰਡੇ ਨੂੰ ਕਹਿਣਾ ਪੈਣਾ ਵੀ ਮੈਂ ਐਗਰੀ ਕਰਦਾ ਡਿਵੋਰਸ ਨੂੰ ਉਹਨੂੰ ਪੇਪਰ ਵਰਕ ਭਰਨਾ ਪੈਂਦਾ ਕੋਰਟ ਨੂੰ ਮੁੜ ਕੇ ਓਬਵੀਅਸਲੀ ਲੌਜ ਕਰਨਾ ਪੈਂਦਾ ਆ ਜਦੋਂ ਉਹ ਪੇਪਰ ਵਰਕ ਕਰਤੀ ਫਿਰ ਜਿਹੜਾ ਮੈਂ ਜਿੱਦਾਂ ਵਕੀਲ ਕੁਰੀ ਲਿਆਉਂਗੀ ਹਨਾ ਫਿਰ ਮੈਂ ਡਿਗਰੀ ਨਾਈਸਾ ਲਈ ਅਪਲਾਈ ਕਰਨਾ ਔਰ ਡਿਗਰੀ ਨਾਈਸਾ ਦਾ ਮਤਲਬ ਹੁੰਦਾ ਅਸੀਂ ਹਾਫ-ਵੇ ਮਾਰਕ ਹਨ ਅਸੀਂ ਅੱਧੇ ਬਾਟ ਪਹੁੰਚ ਕੇ ਅਸੀਂ ਆਪਣਾ ਰਾਈਟ ਹਾਂਜੀ ਫਿਰ ਤੁਸੀਂ ਆਪਣਾ 6 ਵੀਕਾਂ ਦੇ ਵਿੱਚ ਨਾ ਮਾਈਂਡ ਚੇਂਜ ਕਰ ਸਕਦੇ that's all right ਹਾਂਜੀ 6 ਵੀਕਾਂ ਨੇ ਕੋਰਟ ਨੂੰ ਤੁਹਾਨੂੰ ਜਾਣ ਕੇ ਦਿੱਤੀ ਆ ਵੀ ਐਕਚੁਅਲੀ ਹਾਂਜੀ ਤੁਸੀਂ ਸੋਚ ਲਓ ਜੇ ਤੁਹਾਡੇ 6 ਵੀਕਾਂ ਦੇ ਵਿੱਚ ਚੇਂਜ ਹੋ ਗਿਆ ਮਾਈਂਡ ਅਸੀਂ ਸਾਡਾ ਡਿਵੋਰਸ ਕੈਂਸਲ ਕਰ ਸਕਦੇ ਹਾਂ ਸੋ ਤੁਸੀਂ ਕੈਂਸਲ ਕਰ ਸਕਦੇ ਇੱਦਾਂ ਨਹੀਂ ਵੀ ਤੁਸੀਂ ਡਿਵੋਰਸ ਸਟਾਰਟ ਕਰਤਾ ਤੁਹਾਨੂੰ ਫਿਨਿਸ਼ ਹੀ ਕਰਨਾ ਪੈਂਦਾ ਆ ਕਿਉਂਕਿ ਕਈ ਵਾਰੀ ਹੈ ਨਾ ਐਕਚੁਅਲੀ ਮੇਰੇ ਨਾਲ ਹੋਇਆ ਮੇਰੇ ਕਲਾਇੰਟਸ ਦੇ ਨਾਲ ਐਕਚੁਅਲੀ ਸਮਟਾਈਮਸ ਉਹ ਹੈ ਨਾ ਉਹਨਾਂ ਨੂੰ ਕੁਝ ਹੋਰ ਗੱਲ ਪਤਾ ਲੱਗ ਜਾਂਦੀ ਆ ਜਾਂ ਉਹਨਾਂ ਨੂੰ ਹੈ ਨਾ ਆਪ ਨੂੰ ਪਤਾ ਲੱਗ ਜਾਂਦਾ ਵੀ ਐਕਚੁਅਲੀ ਇਹਨੇ ਇੱਦਾਂ ਨਹੀਂ ਕਿਹਾ ਸੀ ਮੈਨੂੰ ਕਿਸੇ ਨੇ ਹੋਰ ਸਮਝਾਇਆ ਵੀ ਤੂੰ ਇੱਦਾਂ ਹੈ ਨਾ ਜਿੱਦਾਂ ਤੈਨੂੰ ਕਿਹਾ ਆ ਇੱਦਾਂ ਨਹੀਂ ਮੀਨਿੰਗ ਸੀਗੀ ਸੋ ਉਹ ਸਟੈਪ ਬੈਕ ਕਰਕੇ ਥੋੜ੍ਹਾ ਜਿਹਾ ਆਪਣਾ ਦਿਮਾਗ ਅਪਲਾਈ ਕਰਕੇ ਸੋਚਦੇ ਵੀ ਐਕਚੁਅਲੀ ਮੈਂ ਡਿਵੋਰਸ ਨਹੀਂ ਕਰਨਾ ਹੁਣ ਸੋ ਕੀ ਰੀਜ਼ਨ ਹੁੰਦੇ ਆ ਮੰਨ ਲਓ ਕਿ ਇੱਕ ਪਾਰਟੀ ਡਿਵੋਰਸ ਹਸਬੈਂਡ ਜਾਂ ਵਾਈਫ ਉਹਨਾਂ ਚੋਂ ਇੱਕ ਜਣਾ ਚਾਹੁੰਦਾ ਵੀ ਮੈਂ ਡਿਵੋਰਸ ਨਾ ਲਾਂ ਤੇ ਫਿਰ ਕੀ ਸਰਕਮਸਟੈਂਸ ਹੋ ਜਾਂਦੇ ਆ ਇਹ ਵੀ ਬਹੁਤ ਹੁੰਦਾ ਇੱਦਾਂ ਬਿਕਾਜ਼ ਇੱਕ ਪਾਰਟੀ ਕਹਿ ਦਿੰਦੇ ਵੀ ਮੈਂ ਤਾਂ ਕੁਝ ਗਲਤ ਕੰਮ ਨਹੀਂ ਕੀਤਾ ਹੈਗਾ ਮੈਨੂੰ ਪਤਾ ਨਹੀਂ ਕੱਲ੍ਹ ਹੀ ਮੈਨੂੰ ਡਿਵੋਰਸ ਕਰਨ ਲੱਗੀ ਆ ਮੈਂ ਤਾਂ ਕੁਝ ਗਲਤ ਨਹੀਂ ਕੀਤਾ ਐਕਸੈਟਰਾ ਉਹ ਠੀਕ ਆ ਤੁਸੀਂ ਕਹਿ ਸਕਦੇ ਆ ਇੱਦਾਂ ਬਟ ਐਕਚੁਅਲੀ ਜਿਹੜਾ UK ਦਾ ਲੋਅ ਆ ਉਹਨੇ ਹੈ ਨਾ ਲੋਅ ਨੇ ਤੁਹਾਨੂੰ ਫੋਰਸ ਨਹੀਂ ਕਰਨਾ ਜੱਜ ਨੇ ਕਿਸੇ ਨੂੰ ਫੋਰਸ ਨਹੀਂ ਕਰਨਾ ਵੀ ਤੁਹਾਨੂੰ ਇਕੱਠੇ ਰਹਿਣਾ ਪੈਣਾ ਆ ਉਹ ਜੱਜ ਨੇ ਪੁੱਛਣਾ ਵੀ ਤੁਸੀਂ ਡਿਵੋਰਸ ਕਰ ਲਈ ਕਰਨਾ ਜਿੱਦਾਂ ਮੈਂ ਐਗਜ਼ਾਮਪਲ ਦੇ ਸਕਦੀ ਹਾਂ ਕਈ ਵਾਰੀ ਮੇਰੇ ਕਲਾਇੰਟ ਕਹਿੰਦੇ ਵੀ ਐਕਚੁਅਲੀ ਜਿੱਦਾਂ ਮੈਨੂੰ ਮੇਰਾ ਹਸਬੈਂਡ ਕਹਿੰਦਾ ਵੀ ਮੈਨੂੰ ਡਿਨਰ ਬਣਾਉਣਾ ਪੈਂਦਾ ਹੈ ਰੋਜ਼ ਉਹ ਕਦੇ ਨਹੀਂ ਮੈਨੂੰ ਚਾਹ ਬਣਾਉਂਦਾ ਨਾ ਮੇਰੇ ਲਈ ਕੁਛ ਕਰਦਾ ਮੈਂ ਸਾਰਾ ਘਰ ਦਾ ਕੰਮ ਕਰਦੀ ਹਾਂ ਮੈਂ ਕੰਮ 'ਤੇ ਵੀ ਜਾਂਦੀ ਮੈਂ ਨਿਆਣਿਆਂ ਦਾ ਵੀ ਦੇਖਦੀ ਹਾਂ ਮੈਂ ਹੁਣ ਫੈਡ ਅਪ ਹੋ ਗਈ ਬਸ ਰਾਈਟ ਦੈਟਸ ਇਟ ਮੈਨ ਹਾਂਜੀ ਦੈਟਸ ਇਟ ਤੇ ਕੋਰਟ ਵਿੱਚ ਨਾ ਬੰਦਾ ਕਹਿ ਸਕਦਾ ਵੀ ਐਕਚੁਅਲੀ ਮੈਂ ਚਾਹ ਬਣਾ ਲੂੰਗਾ 2 ਵਾਰੀ ਵੀਕ 'ਚ ਮੈਂ ਡਿਨਰ ਕਰ ਲੂੰਗਾ ਮੈਂ ਨਿਆਣੇ ਨੂੰ ਤੂੰ ਬਾਹਰ ਚਲ ਜਾ ਕੋਈ ਫਰਕ ਨਹੀਂ ਹੈਗਾ ਜੱਜ ਨੇ ਕਹਿਣਾ ਜੇ ਬੁੜੀ ਨੂੰ ਨਹੀਂ ਫੀਲ ਹੁੰਦਾ ਵੀ ਮੈਂ ਵਿਆਹ 'ਚ ਮੈਰਿਜ ਦੇ ਵਿੱਚ ਰਹਿਣਾ ਆ ਉਹਨੇ ਕਹਿ ਦੇਣਾ ਤੁਸੀਂ ਡਿਵੋਰਸ ਮੈਂ ਗ੍ਰਾਂਟ ਕਰ ਦੇਣਾ ਨਾਓ ਜਦੋਂ ਇੱਕ ਪਾਰਟੀ ਦਾ ਰਿਫਿਊਜ਼ਲ ਹੁੰਦਾ ਡਿਵੋਰਸ ਨੂੰ ਉਹ ਥੋੜ੍ਹਾ ਜਿਹਾ ਕੰਮ ਸਾਡੇ ਲਈ ਔਖਾ ਹੋ ਜਾਂਦਾ ਨਾਲੇ ਕਲਾਇੰਟ ਦੇ ਨਾਲ ਰੀਜ਼ਨ ਬੀਇੰਗ ਸਾਨੂੰ ਹੈ ਨਾ ਹੋਰ ਐਪਲੀਕੇਸ਼ਨ ਲੌਜ ਕਰਨੇ ਪੈਂਦੇ ਕੋਰਟ ਦੇ ਵਿੱਚ ਹਾਂਜੀ ਉਹਨੂੰ ਕਹਿਣਾ ਕਰਕੇ ਜੱਜ ਨੇ ਕਹਿਣਾ ਵੀ ਤੂੰ ਕੱਲ੍ਹ ਹੀ ਨਹੀਂ ਮੰਨਦਾ ਹੈਗਾ ਡਿਵੋਰਸ ਲੈ ਐਂਡ ਫਿਰ ਆਪਾਂ ਨੂੰ ਕੋਰਟ ਵੀ ਕਈ ਵਾਰੀ ਜਾਣਾ ਪੈਂਦਾ ਐਕਸਪਲੇਨ ਕਰਨ ਲਈ ਜੱਜ ਨੂੰ ਵੀ ਐਕਚੁਅਲੀ ਮੇਰੇ ਕਲਾਇੰਟ ਅਨਹੈਪੀ ਆ ਮੇਰੀ ਕਲਾਇੰਟ ਨਹੀਂ ਚਾਹੁੰਦੀ ਵੀ ਅਸੀਂ ਹੈ ਨਾ ਇੱਥੇ ਇੱਦਾਂ ਰਹੀ ਹੈ ਹਾਂਜੀ ਮੇਰੇ ਕਲਾਇੰਟ 30 ਸਾਲਾਂ ਦੀ ਆ ਇਹ ਨਹੀਂ ਚਾਹੁੰਦੀ ਜਦੋਂ ਮੈਂ 60 ਦੀ ਹੋਵਾਂ ਮੈਂ ਇੱਥੇ ਹੀ ਹਜੇ ਬੈਠੀ ਰਹਿ ਮੈਂ ਇੱਦਾਂ ਹੈ ਨਾ ਸੈਡ ਅਨਹੈਪੀ ਮੈਰਿਜ ਸੋ ਜੱਜ ਨੇ ਦੇ ਦੇਣਾ ਡਿਵੋਰਸ ਅਲਟੀਮੇਟਲੀ ਤੁਸੀਂ ਰਿਫਿਊਜ਼ ਜਿੰਨਾ ਮਰਜ਼ੀ ਕਰ ਲਓ ਅਸੀਂ ਤੁਹਾਡਾ ਡਿਵੋਰਸ ਤਾਂ ਕਰਾਉਣਾ ਹੀ ਆ ਕਰਕੇ ਜੱਜ ਨੇ ਕਹਿਣਾ ਵੀ ਜਿਹੜੇ UK ਲੋਅ ਆ 2 ਪੀਪਲ ਅਸੀਂ ਫੋਰਸ ਨਹੀਂ ਕਰਨਾ ਵੀ ਇਹ ਇਕੱਠੇ ਰਹੇ ਪਰ ਇਹ ਹੈਗਾ ਜਿੱਦਾਂ ਤੁਸੀਂ ਦੱਸਿਆ ਹੈ ਨਾ ਕਵਿਤਾ ਕੀ ਹੈ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਇੱਕ ਪਾਰਟੀ ਜਦੋਂ ਲੈਟਰ ਆਣ ਜਾਂ ਉਹਦਾ ਜਵਾਬ ਨਾ ਦੇ ਯੂ نو ਦੇ ਗੈਟ ਉਹ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਹੋਣੀਆਂ ਚਾਲੂ ਹੋ ਜਾਂਦੀਆਂ ਇੱਕ ਤਾਂ ਦੇਣਾ ਚਾਹੁੰਦਾ ਪਰ ਦੂਸਰੀ ਪਾਰਟੀ ਮੈਂ ਹੌਲੀਡੇਜ਼ ਜਾ ਰਿਹਾ ਇਸ ਲਈ ਮੈਂ ਆ ਕੇ ਜਵਾਬ ਦਾਂਗਾ ਜਾਂ ਜਵਾਬ ਕਦੇ ਦਿੰਦੇ ਨਹੀਂ ਜਵਾਬ ਕਦੇ ਦਿੰਦੇ ਨਹੀਂ ਜੋ ਕਿ ਡਿਲੇ ਹੋ ਸਕਦਾ ਬਟ ਜਿੱਦਾਂ ਕਿ ਕਵਿਤਾ ਨੇ ਐਕਸਪਲੇਨ ਕੀਤਾ ਕਿ ਜੇਕਰ ਡਿਸਾਈਡ ਹੋ ਜਾਂਦਾ ਹੈ ਵੀ ਅਸੀਂ ਡਿਵੋਰਸ ਦੇਣਾ ਅਸੀਂ 2 ਜਣੇ ਇਕੱਠੇ ਨਹੀਂ ਰਹਿ ਸਕਦੇ ਭਾਵੇਂ ਟਾਈਮ ਜ਼ਿਆਦਾ ਲੱਗੇ it will end up ਹਾਂਜੀ it will get there so ਕਵਿਤਾ ਜਿੱਦਾਂ ਹੁਣ COVID-19 ਦੇ ਦੌਰਾਨ ਕਈ ਰੂਲਸ ਕਹਿੰਦੇ ਵੀ ਚੇਂਜ ਹੋਏ ਆ ਫੈਮਿਲੀ ਲਾਅ ਦੇ ਵਿੱਚ ਵੀ is it ਕਿ ਨਵਾਂ ਲਾਅ ਵੀ ਕੋਈ ਆ ਰਿਹਾ ਹੈਗਾ ਫੈਮਿਲੀ ਲਾਅ ਦੇ ਵਿੱਚ ਡਿਵੋਰਸ ਦਾ
UK ਗਵਰਨਮੈਂਟ ਨੇ ਗੱਲ ਤਾਂ ਕੀਤੀ ਹੈ ਨਵੇਂ ਲੋਸ ਤੇ, ਪਰ ਐਕਚੁਅਲੀ 2 ਸਾਲ ਹੋ ਗਏ ਕਹਿੰਦੇ ਆ ਵੀ ਜਿਹਦਾ ਡਿਵੋਰਸ ਤਾਂ ਅਸੀਂ ਕਿਸੇ ਨੂੰ ਬਲੇਮ ਨਹੀਂ ਕਰਨਾ। ਹਾਂਜੀ ਐਟ ਦ ਮੋਮੈਂਟ ਜਿੱਦਾਂ ਅਸੀਂ ਤੁਹਾਨੂੰ ਪੁੱਛਦੇ ਹਾਂ ਵੀ ਤੁਹਾਡੀ ਮੈਰਿਜ ਦੇ ਵਿੱਚ ਹੋਇਆ ਕੀ, ਅਸੀਂ ਤੁਹਾਨੂੰ ਰੀਅਲੀ ਪੁੱਛਣਾ, ਤੁਸੀਂ ਤੁਹਾਨੂੰ 10 ਐਗਜ਼ਾਮਪਲ ਦਿਓ ਸਾਨੂੰ ਵੀ ਕੀ ਹੋਇਆ ਤੁਹਾਡੇ ਬੈਡ, ਔਰ ਦੂਜੇ ਪਾਸੇ ਦਾ ਬੈਡ ਬਿਹੇਵੀਅਰ ਕੀ ਤੁਹਾਨੂੰ ਹੋਇਆ ਵੀ ਤੁਹਾਨੂੰ ਅਪਸੈਟ ਇੰਨਾ ਹੋਇਆ ਆ, ਰਾਈਟ। ਸੋ ਅਸੀਂ ਸਾਡੇ ਡਿਵੋਰਸ ਪਟੀਸ਼ਨ ਦੇ ਵਿੱਚ ਸਾਨੂੰ ਲਿਖਣਾ ਪੈਂਦਾ ਵੀ ਹਸਬੈਂਡ ਨੇ ਇੱਦਾਂ ਕੀਤਾ, 1 ਵਾਰੀ 2 ਵਾਰੀ ਸਾਨੂੰ ਇੱਦਾਂ ਕੀਤਾ, ਤਾਂ ਤੀਜੀ ਵਾਰੀ ਇੱਦਾਂ ਕੀਤਾ, ਤਾਂ ਚੌਥੀ ਵਾਰੀ ਮੈਂ ਨਹੀਂ ਬਸ ਹੁਣ ਰਹਿਣਾ, ਓਕੇ। ਸਾਨੂੰ ਇੱਦਾਂ ਡਰਾਫਟ ਕਰਨਾ ਪੈਂਦਾ। ਸੋ 3 ਰੀਜ਼ਨਸ, ਹਾਂਜੀ 3 ਰੀਜ਼ਨ ਚਾਹੀਦੇ ਜਿੱਦਾਂ 1 ਸਾਲ ਦੇ ਵਿੱਚ ਹੋਵੇ, ਹੈ ਨਾ। not going back to the 10 ਸਾਲ ਬਾਅਦ ਨਾ ਸਾਨੂੰ ਦੱਸੋ, ਸਾਨੂੰ 1 ਸਾਲ ਦੇ ਪਹਿਲਾਂ ਵਿੱਚ ਦੇ ਵਿੱਚ ਦੱਸੋ ਵੀ ਕੀ ਹੋਇਆ ਮੈਰਿਜ ਦੇ ਵਿੱਚ। ਨਾਓ ਗਵਰਨਮੈਂਟ ਇੱਦਾਂ ਪ੍ਰਪੋਜ਼ ਕੀਤਾ ਵੀ ਐਕਚੁਅਲੀ ਨੈਕਸਟ ਈਅਰ ਤੋਂ ਆਪਾਂ ਕਿਸੇ ਨੂੰ ਬਲੇਮ ਨਹੀਂ ਦੇਣਾ, ਉਹ ਲੋੜ ਨਹੀਂ ਹੈਗੀ ਵਕੀਲ ਨੂੰ ਪੁੱਛਣੇ ਲਈ ਵੀ ਤੁਹਾਡੇ 3 ਵਾਰੀ ਕੀ ਉਹਨੇ ਗਲਤ ਕੀਤਾ, ਕਿਉਂਕਿ ਉਹ ਫਿਰ ਜਦੋਂ ਅਸੀਂ ਪੇਪਰ ਪਾ ਦਿੰਦੇ ਆ ਬਲੇਮ ਦੇ ਨਾਲ, ਫਿਰ ਉਹ ਦੂਜੀ ਪਾਰਟੀ ਅਪਸੈਟ ਹੋ ਜਾਂਦੀ ਜ਼ਿਆਦਾ। ਹਾਂਜੀ ਤਾਂ ਜਿਹੜੇ ਅਸੀਂ ਨੈਗੋਸ਼ੀਏਸ਼ਨ ਕਰਨੇ ਆ ਉਹ ਡਿਸਰਪਟ ਹੋ ਜਾਂਦੇ ਆ ਜਦੋਂ ਬਲੇਮਿੰਗ ਪਹਿਲੇ ਤੋਂ ਸਟਾਰਟ ਹੋ ਗਿਆ, ਕਿਉਂਕਿ ਫਿਰ ਜਦੋਂ ਉਹਨੇ ਹਨਾ ਬੰਦੇ ਬੁਰੀ ਨੇ ਆਪਣਾ ਡਿਵੋਰਸ ਪੇਪਰ ਪੜ੍ਹਨਾ, ਉਹਨੇ ਪਹਿਲਾਂ ਸੋਚਣਾ ਹਾਂ ਇਹਨੇ ਮੈਨੂੰ ਇੱਦਾਂ ਕਹਿਤਾ, ਮੈਂ ਤਾਂ ਇੱਦਾਂ ਕੀਤਾ ਹੀ ਨਹੀਂ, ਜਿੱਦਾਂ ਮੇਰੀ ਮੀਨਿੰਗ ਇੱਦਾਂ ਨਹੀਂ ਸੀਗੀ, ਹੈ ਨਾ। ਸੋ ਨੈਕਸਟ ਈਅਰ ਗਵਰਨਮੈਂਟ ਕਹਿੰਦੇ ਵੀ ਐਕਚੁਅਲੀ ਉਹ ਸਕ੍ਰੈਪ ਕਰ ਦੇਣਾ, ਸੋ ਨੈਗੇਟਿਵਿਟੀਜ਼ ਜਿਹੜੀ ਆ ਥੋੜੀ ਜਿਹੀ ਘਟ ਜਾਊਗੀ, ਉਹ ਟੈਨਸ਼ਨ ਰਿਡਿਊਸ ਕਰਨਾ, ਗਵਰਨਮੈਂਟ ਕਹਿੰਦੀ ਟੈਨਸ਼ਨ ਰਿਡਿਊਸ ਕਰਨਾ। ਬਟ ਜਿੱਦਾਂ ਮੈਂ ਕਿਹਾ ਉਹ ਗੱਲ ਹੁਣ 2 ਸਾਲ ਹੋ ਗਏ, ਹਜੇ ਕੋਈ ਪ੍ਰੋਗਰੈਸ ਨਹੀਂ ਹਜੇ ਗਵਰਨਮੈਂਟ ਦੇ ਕੋਲ, ਓਕੇ। ਸੋ ਇਟਸ ਜਸਟ ਪਾਈਪਲਾਈਨ ਦੇ ਵਿੱਚ ਆ। ਤਾਂ ਜਿਹੜਾ ਹੋਰ ਵੀ ਹੈ ਨਾ, ਮੈਂ ਤੁਹਾਨੂੰ ਐਕਚੁਅਲੀ ਤੁਸੀਂ ਪੁੱਛਿਆ ਕਰਕੇ ਕੋਵਿਡ ਦਾ ਜਿਹੜਾ ਨਿਆਣਿਆਂ ਦਾ ਸਿਚੁਏਸ਼ਨ ਆ, ਸਾਡੇ ਕੋਲ ਬਹੁਤ ਪ੍ਰੋਬਲਮਸ ਆ ਕਲਾਇੰਟਸ ਦੇ ਨਾਲ, ਜਿਹੜੇ ਹੈ ਨਾ ਪਾਰਟੀ ਸੈਪਰੇਟ ਹੋਏ ਆ, ਉਹਨਾਂ ਦਾ ਡਿਵੋਰਸ ਖਤਮ ਹੋਇਆ ਆ, ਤਾਂ ਨਿਆਣਿਆਂ ਦੀਆਂ ਗੱਲਾਂ ਵੀ ਸਾਰਾ ਕੁਝ ਸੋਰਟ ਆਊਟ ਹੋਇਆ ਆ। ਹਾਂਜੀ ਵਨ ਪਾਰਟੀ, ਜਿੱਦਾਂ ਮੈਂ ਹਸਬੈਂਡ ਦੀ ਐਗਜ਼ਾਮਪਲ ਕਰਦੀ ਹਾਂ, ਹੁਣ ਹਸਬੈਂਡ ਨੇ ਕਹਿਣਾ ਵੀ ਮੈਂ ਤੈਨੂੰ ਨਿਆਣੇ ਨਹੀਂ ਦੇਣੇ ਹੈਗੇ ਦਿਸ ਵੀਕਐਂਡ ਕਰਕੇ ਕੋਵਿਡ ਆ, ਐਕਚੁਅਲੀ ਦੈਟਸ ਗਲਤ, ਓਕੇ, ਕੰਪਲੀਟਲੀ ਇਹ ਗਲਤ ਆ ਕਰਕੇ। ਜਿਹੜਾ ਹੈ ਨਾ ਪ੍ਰੈਜ਼ੀਡੈਂਟ ਆ ਫੈਮਿਲੀ ਲੋ ਦੇ ਕੋਰਟ ਵਾਲਾ ਬੌਸ ਸਾਡਾ, ਜਿਹੜਾ ਫੈਮਿਲੀ ਲੋ ਦਾ ਜੱਜ ਹੈ ਨਾ, ਹਾਇਰ ਅਪ, ਉਹਨੇ ਪਹਿਲਾਂ ਹੀ ਕਿਹਾ ਕੋਵਿਡ ਤੇ ਸ਼ੁਰੂ ਜਦੋਂ ਹੋਇਆ ਹੈ ਨਾ ਵੀ ਜਿਹੜੇ ਨਿਆਣੇ 2 ਘਰ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਆਪਣੇ ਪੈਰੈਂਟ ਨੂੰ ਦੇਖਣਾ ਚਾਹੀਦਾ ਆ, ਤੁਹਾਨੂੰ ਰੂਲ ਅਪਲਾਈ ਨਹੀਂ ਹੁੰਦੇ। ਤੁਸੀਂ ਆਪਣੇ ਜਿੱਦਾਂ ਆਪਾਂ ਐਗਜ਼ਾਮਪਲ ਬਰਮਿੰਗਮ ਤਾਂ ਕੋਵੈਂਟਰੀ, ਜੇ ਤੁਸੀਂ ਬਰਮਿੰਗਮ ਰਹਿੰਦੇ ਆ, ਹਸਬੈਂਡ ਕਹਿ ਸਕਦੇ ਮੈਂ ਕੋਵੈਂਟਰੀ ਨਹੀਂ ਆਉਣਾ ਹੈਗਾ ਕਰਕੇ ਗਵਰਨਮੈਂਟ ਨੇ ਕਿਹਾ ਮੈਂ ਮੈਡੀਕਲ ਸਪਲਾਈਜ਼ ਲਈ ਜਾ ਸਕਦਾ, ਕੰਮ ਲਈ ਜਾ ਸਕਦਾ ਜਾਂ ਐਜੂਕੇਸ਼ਨ ਲਈ, ਉਹਨੇ ਕਹਿਣਾ ਨਿਆਣੇ ਡ੍ਰੌਪ ਆਫ ਕਰਨ ਲਈ ਨਹੀਂ ਕਿਹਾ ਸਾਨੂੰ ਗਵਰਨਮੈਂਟ ਨੇ, ਐਕਚੁਅਲੀ they did. That's very highlight point, you know, because ਕਈ ਜਿਹੜੇ ਸਾਡੇ viewers ਨੇ I think ਉਹਨਾਂ ਨੂੰ ਇਹ ਗੱਲ ਦਾ ਪਤਾ ਨਹੀਂ ਸੀ, and ਜਦੋਂ ਕਹਿੰਦੇ within the bubble and you know ਇੱਕ confusion ਜੀ ਬਹੁਤ ਸਾਡੇ ਵਿੱਚ ਰਹੀ ਹੈ। ਹੁਣ ਤੁਸੀਂ ਇਹ ਬਹੁਤ ਗੱਲ ਸਾਫ਼ ਕਰਤੀ ਕਿ ਜਿਹੜੀ ਤੁਸੀਂ ਦੱਸਿਆ ਵੀ ਬੱਚਿਆਂ ਨੂੰ ਮਿਲ ਸਕਦੇ ਆ, ਐਟਸ ਅ ਹਾਈਲਾਈਟ ਪੁਆਇੰਟ ਜਿਹੜੇ ਸਾਡੇ ਬੌਸ ਨੇ ਉੱਤੇ ਦੇ ਉਹਨਾਂ ਨੇ ਇੱਕਦਮ ਕਲੀਅਰਲੀ ਕਿਹਾ, ਵੈਰੀ ਕਲੀਅਰ। ਤਾਂ ਸਾਡੇ ਜਿਹੜੇ ਕਲਾਇੰਟਸ ਆ ਇਹੀ ਪ੍ਰੋਬਲਮ ਮਾਰਚ ਦਾ ਚੱਲਦਾ ਆ ਨਾ, ਮਾਰਚ ਤੋਂ ਨਾ ਹੁਣ ਆਪਾਂ ਨੀਅਰਲੀ ਕ੍ਰਿਸਮਸ ਟਾਈਮ ਹੋ ਗਿਆ, ਹੁਣ ਜਿੱਦਾਂ 7 ਮਹੀਨਿਆਂ ਦੇ ਵਿੱਚ ਮੈਨੂੰ ਲੱਗਦਾ ਸਾਡੇ 20 ਐਪਲੀਕੇਸ਼ਨ ਆਏ ਆ, ਜਿਹੜੇ ਪੇਰੈਂਟਸ ਕਹਿੰਦੇ ਸਾਨੂੰ ਵੀ ਦੂਜੀ ਪਾਰਟੀ ਮੈਨੂੰ ਨਿਆਣੇ ਨਹੀਂ ਦਿੰਦੇ ਹੈ ਕਿ ਕਰਕੇ, ਉਹ ਕਹਿੰਦੇ ਵੀ ਅਸੀਂ ਬਬਲ ਵਿੱਚ ਨਹੀਂ ਹੈਗੇ, ਅਸੀਂ ਟਰੈਵਲ ਨਹੀਂ ਕਰ ਸਕਦੇ। ਤਾਂ ਜੱਜਿਸ ਨੇ ਹਜੇ ਸਾਡੇ ਸਾਰੇ ਕੇਸ ਅਜੇ ਸੁਣੇ ਨਹੀਂ ਹੈਗੇ ਕੋਰਟ ਨੂੰ ਬਿਕਾਜ਼ ਆਫ ਦ ਬੈਕਲੌਗ ਜਿਹੜੇ ਮੈਂ ਤੁਹਾਨੂੰ ਅੱਗੇ ਕਹਿੰਦੀ ਸੀਗੀ। ਤਾਂ 10 ਕੇਸ ਸੁਣੇ ਆ ਹਜੇ, ਐਵਰੀ ਕੇਸ 10 ਕੇਸਾਂ ਦੇ ਵਿੱਚ ਸਾਨੂੰ ਜੱਜ ਨੇ ਕਿਹਾ ਆ ਐਕਚੁਅਲੀ ਨਿਆਣਿਆਂ ਨੂੰ ਰਿਲੀਜ਼ ਕਰਨਾ ਪੈਣਾ ਤੁਹਾਨੂੰ, ਜੇ ਤੁਸੀਂ ਹੈ ਨਾ ਨਿਆਣਿਆਂ ਨੂੰ ਖਰਾਬ ਕਰਦੇ। ਅਸੀਂ ਕਲਾਇੰਟਸ ਨੂੰ ਕਹਿੰਦੇ ਵੀ ਜਿਹੜੇ ਸਫਰਿੰਗ ਆ ਉਹ ਨਿਆਣਿਆਂ ਸਫਰ ਕਰਦੇ ਆ ਕਰਕੇ ਮੈਂਟਲੀ ਫਿਜ਼ੀਕਲੀ ਸਾਰਾ ਕੁਝ ਉਹਨਾਂ ਨੂੰ। ਤੁਸੀਂ ਕਹਿੰਦੇ ਵੀ ਆਪਣੀ ਮਾਂ ਕੋਲ ਨਹੀਂ ਜਾ ਸਕਦੇ, ਆਪਣੇ ਡੈਡੀ ਕੋਲ ਨਹੀਂ ਜਾ ਸਕਦੇ, ਹੈ ਨਾ, ਨਿਆਣੇ ਨੂੰ ਬਹੁਤ ਇੰਪੈਕਟ ਹੁੰਦਾ, ਨਿਆਣੇ ਨੂੰ ਐਕਚੁਅਲੀ ਦੋਨੇ ਪਾਸੇ ਚਾਹੀਦੇ ਆ। ਤਾਂ ਕੋਰਟ ਸਿਸਟਮ ਵੀ ਇੱਦਾਂ ਹੀ ਕਹਿੰਦਾ ਅਨਲੈਸ ਓਬਵੀਅਸਲੀ ਜੇ ਇੱਕ ਪੈਰੈਂਟ ਡੇਂਜਰ ਆ, ਜਿੱਦਾਂ ਯੂ ਨੋ ਜਿੱਦਾਂ ਐਲਕੋਹਲਿਕ ਹੋਵੇ ਜਾਂ ਯੂ ਨੋ ਕੁਛ ਹੋਵੇ, ਕੋਈ ਰੋਂਗ ਹੋਵੇ ਕੰਮ ਕਰਦੇ ਆ, ਫਿਰ ਤੁਸੀਂ ਕੋਰਟ ਵਾਲੇ ਤੁਹਾਨੂੰ ਕਹਿ ਸਕਦੇ ਵੀ ਨੋ ਇਹਨੇ ਨਹੀਂ ਦੇਖਣੇ ਨਿਆਣੇ, ਤੂੰ ਸਹੀ ਆ ਜਿੱਥੇ ਇੱਦਾਂ ਕੀਤਾ ਸਹੀ ਆ। ਬਟ ਜਨਰਲੀ ਸਪੀਕਿੰਗ ਉਹ ਜਿਹੜੇ ਨਿਆਣੇ ਆ ਉਹਨਾਂ ਦਾ ਰਾਈਟ ਹੁੰਦਾ ਵੀ ਦੋਨੇ ਪੇਰੈਂਟਸ ਉਹਨਾਂ ਦੇ ਲਾਈਫ ਵਿੱਚ ਹੋਵੇ,
ਬੱਚੇ ਨੂੰ ਤਾਂ ਦੋਵਾਂ ਦੀ ਲੋੜ ਹੁੰਦੀ ਹੈ ਨਾ ਕਵਿਤਾ, ਅਨਲੈਸ ਜਿੱਦਾਂ ਤੁਸੀਂ ਕਿਹਾ ਵੀ ਕੋਈ ਡੇਂਜਰ ਹੋਏ ਤਾਂ ਅਸੀਂ ਕਹਿ ਸਕਦੇ ਆ ਵੀ ਉਸ ਰੀਜ਼ਨ ਕਰਕੇ ਨਹੀਂ ਮਿਲ ਸਕਦੇ, ਬਟ ਐਜ਼ ਯੂ ਮੈਂਸ਼ਨ that was really good point। ਸੋ ਸਾਡੇ ਵਿਊਅਰਸ ਨੂੰ ਵੀ ਪਤਾ ਲੱਗਿਆ ਕਿ ਜਿਹੜੇ ਬੱਚੇ ਆ ਉਹਨਾਂ ਦਾ ਅਧਿਕਾਰ ਆਪਣੇ ਮਾਂ-ਬਾਪ ਨੂੰ ਮਿਲਣ ਦਾ ਹੈਗਾ, ਅਨਲੈਸ there is a danger, ਕੋਈ ਕੋਰਟ ਵੱਲੋਂ ਉਹਨਾਂ ਨੂੰ ਕਿਹਾ ਹੋਏ ਜਾਂ ਫਿਰ ਕੁਛ। ਤੇ ਫਾਈਨੈਂਸ ਐਂਡ ਪ੍ਰੋਪਰਟੀ ਦੇ ਬਾਰੇ ਜੇਕਰ ਅਸੀਂ ਗੱਲ ਕਰੀਏ ਜਦੋਂ ਡਿਵੋਰਸ ਦਾ ਹੁੰਦਾ ਤੇ ਉਹਦੇ ਵਿੱਚ ਕਈ ਵਾਰੀ ਕਹਿੰਦੇ ਕਿ ਆਟੋਮੈਟਿਕਲੀ ਜਿਹੜੀ ਪ੍ਰੋਪਰਟੀ ਹੈ goes to women। ਇਹ ਕਿੰਨਾ ਕੁ ਸੱਚ ਹੈ? ਥੋੜਾ ਜਿਹਾ ਪ੍ਰੋਪਰਟੀ ਤੇ ਫਾਈਨੈਂਸ ਦੇ ਬਾਰੇ ਸਾਨੂੰ ਦੱਸੋ। ਓਕੇ, ਇਹ ਸੱਚ ਨਹੀਂ ਹੈਗਾ ਐਟ ਆਲ। ਹਾਂਜੀ, ਐਕਚੁਅਲੀ ਜਦੋਂ ਹਨਾ ਤੁਸੀਂ ਡਿਵੋਰਸ ਕਰਨਾ ਫਿਰ ਫਾਈਨੈਂਸਿਸ ਦਾ ਕੰਮ ਅਸੀਂ ਨਾਲ ਹੀ ਕਰਦੇ ਹੁੰਨੇ ਆ ਕਰਕੇ। ਓਬਵੀਅਸਲੀ ਪ੍ਰੋਪਰਟੀ ਹੈਗੀ, ਬੈਂਕ ਅਕਾਊਂਟ ਹੈਗੇ ਆ, ਇੰਡੀਆ ਵੀ ਪ੍ਰੋਪਰਟੀ ਹੁੰਦੀ ਵਿਚ ਆਈ ਵਿਲ ਕਮ ਟੂ ਇਨ ਅ ਮਿੰਟ। ਬਟ ਜਨਰਲੀ ਸਪੀਕਿੰਗ ਤੁਸੀਂ ਹਨਾ ਕੋਰਟ ਨੇ ਦੇਖਣਾ ਆ ਵੀ ਤੁਹਾਡਾ ਵਿਆਹ ਪਹਿਲਾਂ ਕਿੰਨੇ ਸਾਲਾਂ ਦਾ ਆ। ਜੇ ਤਾਂ ਲੌਂਗ ਮੈਰਿਜ ਆ ਜਨਰਲੀ ਸਪੀਕਿੰਗ ਤੁਹਾਨੂੰ 50-50 ਮਿਲਣਾ, ਐਕਸੈਪਟ ਜੇ ਮੈਂ ਐਗਜ਼ਾਮਪਲ ਹਸਬੈਂਡ ਦਾ ਦਿੰਦੀ, husband is gone, the wife ਕੋਲ ਸਹੀ 3 ਨਿਆਣੇ ਆ, ਰਾਈਟ, all under 16, so ਜਿੱਦਾਂ 3, 6, 9 years old ਹੋਵੇ ਹੈ ਨਾ, ਹਜੇ ਛੋਟੇ ਨਿਆਣੇ ਕਹਿ ਉਹਨਾਂ ਨੂੰ ਚਾਹੀਦਾ, ਮੇਰਾ ਮਤਲਬ। ਸੋ ਜੱਜ ਨੇ ਇਹ ਦੇਖਣਾ ਵੀ ਐਕਚੁਅਲੀ ਉਹਨੂੰ ਘਰ ਚਾਹੀਦਾ ਆ ਕਰਕੇ ਜਦੋਂ ਨਿਆਣੇ ਹਜੇ 16 ਤੱਕ ਨਹੀਂ ਹੋਏ ਉਹਨੇ ਕਿੱਥੇ ਰਹਿਣਾ। ਨਾਲੇ also ਪ੍ਰੋਬਲਮ ਇਹ ਆ most women, not all but most women ਹਜੇ ਵੀ ਜਿਹੜਾ ਪੈਰੈਂਟ ਦਾ ਹੋਮ ਪੈਰੈਂਟ ਦਾ ਰੋਲ ਅਸਿਊਮ ਕਰਦੇ ਆ, ਉਹਨੀ ਨਿਆਣੇ ਨਾ ਸਾਰਾ ਲੁੱਕ ਆਫਟਰ ਕਰਨਾ, ਉਹਨੀ ਸਕੂਲ ਰਨ ਕਰਨਾ ਆ। ਹੁਣ ਤਾਂ ਓਬਵੀਅਸਲੀ ਬੰਦੇ ਵੀ ਬਹੁਤ ਕਰਦੇ ਆ, ਬਹੁਤ ਬੰਦੇ ਹੁਣ ਇਕੁਅਲ ਕਰਦੇ ਆ, ਸਾਰਾ ਕੁਛ ਘਰ ਵਿੱਚ ਕਰਦੇ, ਸਾਰੇ ਨਿਆਣਿਆਂ ਦਾ ਕੰਮ ਕਰਦੇ, ਪਰ ਜਿਹੜੇ ਨਹੀਂ ਕਰਦੇ ਫਿਰ ਉਹ ਬੁੜੀ ਦਾ ਹੋਰ ਹੱਕ ਹੁੰਦਾ ਕਰਕੇ ਉਹ ਬੁੜੀ ਨੇ ਰਹਿਣਾ ਘਰ ਦੇ ਵਿੱਚ ਜਦ ਤੱਕ ਨਿਆਣੇ 16 ਦੇ ਨਹੀਂ ਹੁੰਦੇ ਹੈਗੇ, ਕਿਉਂਕਿ ਓਬਵੀਅਸਲੀ ਉਹਨੇ ਕਿੱਥੇ ਰਹਿਣਾ, ਨਿਆਣੇ ਕਿੱਦਾਂ ਬ੍ਰਿੰਗ ਅਪ ਕਰਨੇ ਹੈ ਨਾ, ਕਿੱਦਾਂ ਸੰਭਾਲੂਗੀ ਨਿਆਣੇ। ਸੋ ਜੈਨੂਅਲੀ 50-50 ਹੁੰਦਾ, ਹਾਂਜੀ, ਬਟ ਅਦਰਵਾਈਜ਼ ਜੇ ਨਿਆਣੇ ਹੁੰਦੇ 70 ਮਿਲ ਜਾਂਦਾ। ਬਟ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਤੁਹਾਨੂੰ ਹੈ ਨਾ, ਲੇਡੀਜ਼ ਨੂੰ ਆਟੋਮੈਟਿਕਲੀ 70% ਮਿਲਣਾ ਨਹੀਂ। ਵਾਟ ਵਿਲ ਹੈਪਨ ਇਸ ਕੋਰਟ ਨੇ ਕਹਿਣਾ ਜਦੋਂ ਨਿਆਣੇ 16 ਆ ਫਿਰ ਤੁਸੀਂ ਘਰ ਵੇਚਣਾ ਪੈਣਾ, ਫਿਰ ਤੁਹਾਨੂੰ ਆਪਣੇ ਸਪਲਿਟ ਕਰਨਾ ਪੈਣਾ ਜਿਹੜੇ ਪੈਸੇ ਘਰ ਦੇ ਵਿੱਚ ਆ, ਤਾਂ ਉਹ 50-50 ਹੋ ਸਕਦਾ। So there is ਹਰੇਕ ਚੀਜ਼ ਦਾ ਰੀਜ਼ਨ ਹੈ ਬਿਹਾਈਂਡ ਫੋਰ, ਅਗਰ ਜਿੱਦਾਂ ਲੋ ਐਕਚੁਅਲੀ ਦੇ ਡੂਇੰਗ ਅ ਰਾਈਟ ਜੌਬ, ਜਿੰਨਾ ਜਿਹਦਾ ਬਣਦਾ ਹੱਕ ਉਸੇ ਤਰੀਕੇ ਦੇ ਨਾਲ ਬੈਲੈਂਸ ਕਰਨਾ ਚਾਹੁੰਦੇ ਆ, ਬਿਕੋਜ਼ ਅੱਜ ਕੱਲ੍ਹ ਕਈ ਜਿਹੜੇ ਬੰਦੇ ਉਹ ਜ਼ਿਆਦਾ ਲੁੱਕ ਆਫਟਰ ਕਰ ਰਹੇ ਕਈ ਬੱਚਿਆਂ ਦੀ ਕੰਪੇਅਰ ਟੂ ਦੇ ਆਰ ਸਿੰਗਲ ਫਾਦਰਸ, ਉਹ ਵੀ ਹੈਗੇ ਆ। ਸੋ ਕਈ ਵਾਰੀ ਆਪਾਂ ਉਹਨਾਂ ਦਾ ਭੁੱਲ ਜਾਂਦੇ ਆ, ਐਜ਼ ਯੂ ਮੈਂਸ਼ਨ ਕਿ ਯੂ ਨੋ ਕੋਰਟ ਨੇ ਸਾਰਾ ਕੁਝ ਦੇਖ ਕੇ ਫਿਰ ਹੀ ਡਿਸਾਈਡ ਕਰਨਾ। ਸੋ ਕਵਿਤਾ ਇਹਦੇ ਵਿੱਚ ਕਿ ਸਪੈਸ਼ਲ ਨੀਡ ਚਿਲਡਰਨਸ ਵੀ ਇਨਕਲੂਡ ਹੁੰਦੇ ਆ, ਲਾਈਕ ਸਮ ਟਾਈਮ ਦੇ ਪੈਰੈਂਟਸ ਆਰ ਯੂ ਨੋ ਉਹਨਾਂ ਦੇ ਜਿਹੜੇ ਨਿਆਣੇ ਆ ਓਵਰ 16 ਨੇ ਬਟ ਦੇ ਸਪੈਸ਼ਲ ਨੀਡ, ਜਦੋਂ ਡਿਵੋਰਸ ਹੁੰਦਾ ਉਹਦੇ ਵਿੱਚ ਕੀ ਕੰਸਰਨ ਲਿੱਤਾ ਜਾਂਦਾ if one party is looking after more than that? Okay, unfortunately ਜਿਹੜੇ ਹੈ ਨਾ ਜਦੋਂ ਨਿਆਣਾ 16 ਪਲੱਸ ਦਾ ਹੋ ਜਾਂਦਾ ਆਪਣਾ ਰਿਸਪੌਂਸਿਬਿਲਿਟੀ ਐਕਚੁਅਲੀ ਚੱਲ ਜਾਂਦਾ ਆ ਲੋ ਦੇ ਵਿੱਚ। ਹਾਂਜੀ, ਸੋ ਜੇ ਤੁਸੀਂ ਕਹਿਣਾ ਵੀ ਮੈਂ ਆਪਣੇ ਨਿਆਣੇ ਨੂੰ ਫੇਰ ਵੀ ਲੁੱਕ ਆਫਟਰ ਕਰਨਾ ਜਦੋਂ 21 ਸਾਲਾਂ ਦੇ ਆ 25 ਸਾਲਾਂ ਦੇ, ਉਹਨੇ ਜੱਜ ਨੇ ਕਹਿਣਾ ਉਹ ਤੁਹਾਡੀ ਮਰਜ਼ੀ ਆ। ਪਰ ਯੂਜੂਅਲੀ ਜਦੋਂ ਨਿਆਣਾ ਡਿਸੇਬਲਡ ਹੁੰਦਾ ਆ ਉਹ ਸਮਥਿੰਗ ਗਵਰਨਮੈਂਟ ਨੇ ਵੀ ਬੈਨੀਫਿਟਸ ਦੇਣੇ ਹੁੰਦੇ ਆ। ਸੋ ਜੱਜ ਨੇ ਕਹਿਣਾ ਵੀ ਐਕਚੁਅਲੀ ਇਹ ਨਿਆਣਾ 17 ਈਅਰਸ ਹੈਗਾ ਆ, ਇਹਨੂੰ ਆਪਣੇ ਘਰ ਰਹਿਣਾ ਚਾਹੀਦਾ, ਆਪਣਾ ਗਵਰਨਮੈਂਟ ਲੁੱਕ ਆਫਟਰ ਕਰ ਸਕਦਾ ਆ, ਡਿਵੋਰਸ ਸੈਟਲਮੈਂਟ ਦੇ ਵਿੱਚ ਨਹੀਂ ਕੁਛ ਕਰਨਾ ਹੈਗਾ। ਸੋ ਉਹ ਇੱਕ ਸੈਪਰੇਟ ਚੀਜ਼ ਆ। ਹਾਂਜੀ, ਤਾਂ ਹੀ ਜਦ ਤੱਕ 16 ਆ ਸਾਰਾ ਕੁਛ ਜਿੱਦਾਂ ਯੂ ਨੋ ਆਪਣੀ ਰਿਸਪੌਂਸਿਬਿਲਿਟੀ ਆ ਵੀ ਆਪਣੇ ਨਿਆਣੇ ਲੁੱਕ ਆਫਟਰ ਕਰਨੇ ਆ। ਜਦੋਂ ਉਹ 16 ਦੇ ਹੁੰਦੇ ਆ ਜਿੱਦਾਂ ਗਵਰਨਮੈਂਟ ਜਾਂ ਸਮ ਕਲਾਇੰਟਸ ਕਹਿੰਦੇ ਵੀ ਐਕਚੁਅਲੀ ਹੁਣ ਤਾਂ ਇਹ ਜੌਬ ਵੀ ਲੈ ਸਕਦੇ ਆ, ਆਪਣੇ ਆਪ ਨੂੰ ਹੁਣ ਜਾ ਜੌਬ ਲਵੇ, ਫਲੈਟ ਲਵੇ, ਆਪਣਾ ਖਰਚਾ ਆਪ ਹੀ ਚੁੱਕੇ। ਹਾਂਜੀ, ਸੋ ਦੇਰ ਇਜ਼ ਦੈਟ। ਮੇਰਾ ਕੇਸ ਸੀਗਾ ਐਕਚੁਅਲੀ ਇੱਕ ਇੰਡੀਅਨ ਕਪਲ ਡਿਵੋਰਸ ਹੁੰਦੇ ਆ ਐਂਡ ਉਹਨਾਂ ਕੋਲ 21 ਸਾਲਾਂ ਦੀ ਇੱਕ ਕੁੜੀ ਆ ਤਾਂ ਇੱਕ ਉਹਨਾਂ ਦਾ 14 ਸਾਲਾਂ ਦਾ ਮੁੰਡਾ ਆ। ਤਾਂ ਕੋਰਟ ਦੇ ਵਿੱਚ ਜਦੋਂ ਮੈਂ ਗਈ, ਉਹ ਜਿਹੜਾ ਫਾਦਰ ਆ ਉਹਦਾ ਵਕੀਲ ਹੈ ਨਹੀਂ ਸੀਗਾ, ਮੈਂ ਵਕੀਲ, ਮੇਰਾ ਕਲਾਇੰਟ ਤਾਂ ਮੈਂ ਵਕੀਲ, ਅਸੀਂ ਇਕੱਠੇ ਗਈ ਆ ਸੀਗੀਆਂ। ਤਾਂ ਉਹ ਜਿਹੜਾ ਹੈ ਨਾ ਜਦੋਂ ਮੈਨੂੰ ਆ ਨਾ ਲਿਸਟ ਪੁੱਛਣੀ ਪੈਂਦੀ ਵੀ ਤੁਹਾਡਾ ਕਿੰਨਾ ਖਰਚਾ ਆ, ਮੰਥਲੀ ਖਰਚਾ ਕਾਤੇ ਆ, ਕਦੋਂ ਕਰਦੇ ਆ, ਹੈ ਨਾ, ਐਵਰੀਥਿੰਗ। ਸੋ ਜਦੋਂ ਮੈਂ ਦੇਖਿਆ ਐਕਚੁਅਲੀ ਇਟ ਸੈਡ ਹੈਅਰ ਡਰੈਸਿੰਗ 30 ਪਾਉਂਡ ਮਹੀਨੇ ਦੇ, ਰਾਈਟ। ਸੋ ਮੈਂ ਸੋਚਿਆ ਓਕੇ, ਸੋ ਮੈਂ ਬੰਦੇ ਨੂੰ ਦੇਖਿਆ ਜਿਹੜਾ ਮੇਰਾ ਅਪੋਨੈਂਟ ਆ, ਤਾਂ ਮੈਂ ਉਹਨੂੰ ਕਿਹਾ ਮੈਂ ਕਿ ਤੁਸੀਂ ਮਾਈਂਡ ਨਾ ਕਰਿਓ, ਐਕਚੁਅਲੀ ਉਹ ਪੰਜਾਬੀ ਬੋਲਦਾ ਸੀ, ਕਹਿੰਦਾ ਮੈਂ ਕਿ ਤੁਸੀਂ ਮਾਈਂਡ ਨਾ ਕਰਿਓ, ਮੈਂ ਕਿਹਾ ਪਰ ਤੁਸੀਂ ਆਪਾਂ ਲਿਖਿਆ ਆ ਵੀ ਤੁਹਾਡਾ 30 ਪਾਉਂਡ ਮਹੀਨੇ ਦਾ ਹੈਅਰ ਡਰੈਸਿੰਗ ਦਾ ਖਰਚਾ, ਮੈਂ ਕਿ ਤੁਹਾਡੇ ਤਾਂ ਬਾਲ ਹੈ ਨਹੀਂ ਹੈ ਨਾ। ਫਿਰ ਮੈਂ ਜੱਜ ਨੂੰ ਵੀ ਇੱਦਾਂ ਕਿਹਾ, ਜੱਜ ਨੇ ਕਿਹਾ, ਕਹਿੰਦਾ ਇਹ ਗੱਲ ਤਾਂ ਸਹੀ ਕਰਦੀ ਆ, ਤੁਹਾਡਾ 30 ਪਾਉਂਡ ਦਾ ਹੈਅਰ ਡਰੈਸਿੰਗ ਖਰਚਾ ਕਿੱਥੇ ਹੋ ਗਿਆ ਜਦੋਂ ਬਾਲ ਹੀ ਹੈ ਨਹੀਂ, ਹੈ ਨਾ। ਬੰਦਾ ਕਹਿੰਦਾ
ਐਕਚੁਅਲੀ ਜਿਹੜੀ ਮੇਰੀ ਡਾਟਰ ਆ ਉਹ 21 ਸਾਲਾਂ ਦੀ ਆ ਤਾਂ ਮੈਂ ਉਹਦੇ ਪੈਸੇ ਦਿੰਨਾ ਆ ਉਹਦੀ ਹੈਅਰ ਡਰੈਸਰ ਫੀਸ ਦੀ ਤਾਂ ਮੈਂ ਕਿਹਾ ਬੰਦੇ ਨੂੰ ਮੈਂ ਕਿ ਤੁਹਾਡੀ ਡਾਟਰ ਕਿੰਨੇ ਸਾਲਾਂ ਦੀ ਮੈਨੂੰ ਤਾਂ ਓਬਵੀਅਸਲੀ ਪਤਾ ਸੀਗਾ ਕਹਿੰਦੇ ਉਹ 21 ਸਾਲਾਂ ਦੀ ਆ ਫਿਰ ਮੈਂ ਜੱਜ ਨੂੰ ਕਿਹਾ ਮੈਂ ਕਿਹਾ ਆਮ ਸੌਰੀ ਬਟ ਮੈਂ ਕਿਹਾ ਬਟ ਇਹ ਤਾਂ ਕਾਊਂਟ ਨਹੀਂ ਹੁੰਦਾ ਤਾਂ ਜੱਜ ਨੇ ਉਹਨੂੰ ਕਿਹਾ ਕਹਿੰਦੇ ਸਾਡਾ ਕੋਈ ਪ੍ਰੋਬਲਮ ਨਹੀਂ ਹੈਗਾ ਜੇ ਤੁਸੀਂ 30 ਪਾਉਂਡ ਦੇਣਾ ਆ ਤੇ ਆਪਣੀ ਡਾਟਰ ਨੂੰ ਉਹਨੂੰ ਕਹ ਆਪਣੀ ਜੌਬ ਲੈ ਕੇ ਆਵੇ ਕਹਿੰਦੀ ਜੇ ਆਪਣੇ ਬਾਲ ਕਰਾਣੇ ਐਵਰੀ ਮੰਥ ਜੱਜ ਨੇ ਬੰਦੇ ਨੂੰ ਕਹਿ ਦਿੱਤਾ So it doesn't matter ਜਦੋਂ 16 ਹੋ ਗਏ ਜਾਂ unless they're ਯੂਨੀਵਰਸਿਟੀ ਪੇ ਤੁਸੀਂ obviously ਤੁਸੀਂ ਖਰਚਾ ਸਾਰਿਆਂ ਨੂੰ ਪਤਾ ਵੀ ਆਪਾਂ ਦੇ ਦਿੰਨੇ ਆ ਥੋੜਾ ਬਹੁਤਾ ਰੈਂਟ ਪੇ ਕਰ ਦਿੰਨੇ ਆ ਹਨਾ ਪਰ ਉਹ ਤੁਸੀਂ ਦੋਨੇ ਜਾਣਿਆਂ ਨੂੰ ਕਹਿ ਸਕਦੇ ਆ ਮਾਂ ਪਿਓ ਨੂੰ ਕਹਿ ਸਕਦੇ ਤੁਸੀਂ 50-50 ਆਪਣਾ ਉਹਦਾ ਰੈਂਟ ਦੇਣਾ for the next 3 years ਉਹ ਤਾਂ ਠੀਕ ਆ ਪਰ ਜਿਹੜਾ ਤੁਹਾਡੇ ਐਸੈਟਸ ਆ ਉਹ ਜੈਨੂਅਲੀ 50-50 ਉਹ ਜੇ ਇੱਕ ਪਾਰਟੀ ਨੇ ਡੈਫੀਨਿਟਲੀ ਹੋਰ ਕੰਟਰੀਬਿਊਸ਼ਨ ਕੀਤੇ ਸਹੀ ਲਾਈਕ ਬੰਦੇ ਨੇ 100,000 ਕੀਤਾ ਤਾਂ ਬੁਰੀ ਨੇ 10,000 ਹੀ ਕੀਤਾ ਜੇ ਬੁਰੀ ਕੋ ਨਿਆਣੇ ਆ ਫਿਰ ਜੱਜ ਨੇ ਕਹਿਣਾ ਵਾਲਾ ਉਹ ਕੋਈ ਕੰਮ ਨਹੀਂ ਕਰ ਸਕਦੀ ਸੀ ਕਿ ਕਰਕੇ ਓਬਵੀਅਸਲੀ ਇਹ ਸਾਰਾ ਨਿਆਣਿਆਂ ਦਾ ਕੰਮ ਕੀਤਾ ਆ ਬਟ ਜੇ ਉਹ ਬੁਰੀ ਨੇ ਉੱਦਾਂ ਹੀ ਬਹਿ ਗਈ ਘਰ 10 ਸਾਲ ਫਿਰ ਉਹ ਜੱਜ ਨੇ ਕਹਿਣਾ ਵੀ ਤੂੰ ਕੀਤਾ ਕੀ 10 ਸਾਲ ਤੂੰ ਪਾਰਟ ਟਾਈਮ ਜੌਬ ਨਹੀਂ ਲੈ ਸਕਦੀ ਸੀਗੀ ਤੂੰ ਕੋਈ ਸੁਪਰਮਾਰਕੀਟ ਤੇ ਕਰ ਲੈਂਦੀ ਤੂੰ ਉਹ ਕਰ ਲੈਂਦੀ ਸੋ ਜੱਜ ਨੇ ਸਾਰੇ ਡਿਫਰੈਂਟ ਫੈਕਟਰਸ ਦੇਖਣੇ ਆ ਪਰ ਮੇਰੇ ਐਡਵਾਈਸ ਇਹ ਆ ਤੁਸੀਂ ਕੋਰਟ ਨੂੰ ਨਾ ਜਾਓ ਤੁਸੀਂ ਆਪ ਰਿਜ਼ੋਲਵ ਕਰੋ ਬਿਕਾਜ਼ ਤੁਸੀਂ ਫਿਰ ਆਪਣਾ ਆਰਡਰ ਨਹੀਂ ਕਰ ਸਕਦਾ ਕੋਈ ਨਹੀਂ ਤਾਂ ਜੱਜ ਨੇ ਤੁਹਾਨੂੰ ਆਰਡਰ ਕਰਦਾ ਨਾ ਵੀ ਤੁਸੀਂ ਆ ਕਰਨਾ ਫਿਰ ਤੁਹਾਨੂੰ ਕਰਨਾ ਪੈਂਦਾ ਜੇ ਤੁਸੀਂ ਨੈਗੋਸ਼ੀਏਟ ਆਪ ਕਰ ਸਕਦੇ ਆ ਆਪ ਗੱਲ ਵਕੀਲ ਰਾ ਆਬਵੀਅਸਲੀ ਬਿਕਾਜ਼ ਜਦੋਂ ਹਨਾ ਇਹ ਸਟੇਜ ਪਹੁੰਚ ਜਾਂਦਾ ਹੈ ਤੁਸੀਂ ਆਪ ਗੱਲ ਨਹੀਂ ਕਰ ਸਕਦੇ it's gone so ਵਕੀਲ ਰਾ ਤੁਸੀਂ negotiate ਕਰੋ ਕਹੋ ਵੀ ਮੈਂ ਐਕਚੁਅਲੀ 60% ਲੈ ਲੈਣਾ ਜਾਂ ਮੈਂ ਤੈਨੂੰ 60% ਦੇ ਦਾਂ ਮੈਨੂੰ ਪੈਸੇ ਦੇ ਦੇ so automatically ਨਹੀਂ ਹੁੰਦਾ and actually I would just like to go back to one point and ਇੱਥੇ ਨਾ ਜਿੱਦਾਂ ਤੁਸੀਂ ਕਹਿੰਦੇ ਆ ਵੀ ਬੁਰੀ ਨੂੰ automatically ਘਰ ਮਿਲ ਜਾਂਦਾ etc ਇਹ ਮੇਰੇ ਕਲਾਇੰਟ ਇੱਦਾਂ ਵੀ ਮੈਨੂੰ ਪੁੱਛਦੇ ਕਿ ਮੇਰੇ ਕਲਾਇੰਟ ਐਕਚੁਅਲੀ ਸਾਡੀ ਪ੍ਰੈਕਟਿਸ ਦੇ ਵਿੱਚ ਮੇਲ ਕਲਾਇੰਟਸ ਬਹੁਤ ਆ ਹਾਂਜੀ ਸੋ ਆਪਾਂ ਲੈਸ ਮੰਮੀ ਵਾਲੇ ਐਕਟ ਕਰਦੇ ਆ ਮੋਰ ਡੈਡੀ ਵਾਲੇ ਸੋ ਡੈਡੀਜ਼ ਹਾਂਜੀ ਆਉਂਦੇ ਸਾਡੇ ਕੋਲ ਐਂਡ ਕਰਕੇ ਅਸੀਂ ਰੀਅਲੀ ਫਾਈਟ ਕਰਦੇ ਡੈਡੀਜ਼ ਰਾਈਟਸ ਲਈ ਰਾਈਟ ਬਿਕਾਜ਼ ਵੀ ਬਲੀਵ ਦੈਟ ਇਕੁਅਲ ਰਾਈਟਸ ਆ ਪੈਰੈਂਟਸ ਨੂੰ ਸੋ ਮੈਨੂੰ ਪੁੱਛਦੇ ਹੁੰਦੇ ਆ ਵੀ ਐਕਚੁਅਲੀ ਮੈਨੂੰ ਸੁਣਿਆ ਵੀ ਮੇਰੀ ਵਾਈਫ ਨੂੰ ਨਿਆਣੇ ਮਿਲ ਜਾਣੇ ਆ ਐਕਚੁਅਲੀ ਨਾ ਹੁਣ ਨਾ ਜੱਜਿਸ ਪ੍ਰੈਫਰ ਕਰਦੇ ਇਹ ਜਿੱਦਾਂ ਸ਼ੇਅਰਡ ਕਸਟਡੀ 50-50 ਹੋਵੇ ਜਾਂ 60-40 ਹੋਵੇ ਪਰ ਐਕਚੁਅਲੀ ਦੋਨੇ ਪੇਰੈਂਟਸ ਤੇ ਕਸਟਡੀ ਮਿਲ ਜਾਂਦੀ ਆ I think it's very good because ਜਿਹੜਾ ਮਾਂ ਬਾਪ ਤੇ ਦੋਵਾਂ ਬੱਚਿਆਂ ਦਾ ਹੱਕ ਹੁੰਦਾ ਕਿਉਂਕਿ ਆਪਾਂ ਜਿੱਦਾਂ ਮਰਜ਼ੀ ਕਹੀਏ they are from you know ਉਹ deserve ਕਰਦੇ ਆ father love and mother's love ਦੋਵਾਂ ਦਾ ਤੇ ਜਿੱਦਾਂ ਇਹ ਤੇ in a way you're doing right in a way to say try ਤਾਂ ਕਰਦੇ ਅਸੀਂ ਕਿ right unless there is a danger to any of the ਹੈ ਨਾ ਕਈ ਵਾਰੀ ਹੁੰਦਾ ਨਾ ਕਵਿਤਾ ਜ਼ਿਆਦਾ ਦੇਖਣ ਦੇ ਵਿੱਚ I mean ਲੋਕੀ ਇਹ ਸੋਚਦੇ ਵੀ ਕਿ father ਤੋਂ ਅਵੇ ਕੀਤਾ ਬੱਚਿਆਂ ਨੂੰ ਕਿਉਂਕਿ ਉਹ ਡੇਂਜਰ ਸੀਗਾ but not in every case as you mentioned ਕਿ ਕਈ ਵਾਰੀ ਵਿਚਾਰੇ ਜਿਹੜੇ ਹੁੰਦੇ ਆ father ਉਹਨਾਂ ਦਾ ਕੋਈ ਕਸੂਰ ਨਹੀਂ ਹੁੰਦਾ ਤੇ ਉਹਨਾਂ ਨੂੰ ਕਸੂਰ ਨਹੀਂ ਹੁੰਦਾ ਪਰ ਅਨਫੋਰਚੂਨੇਟਲੀ ਇਹ ਜਿਹੜੀ ਸੋਸਾਇਟੀ ਆ ਮੈਂ ਬਹੁਤ ਦੇਖਦੀ ਆ ਜਿੱਦਾਂ ਡਿਵੋਰਸ ਹੋ ਜਾਂਦਾ ਆ ਪਰ ਵਨ ਪਾਰਟੀ ਹੈ ਨਾ ਛੱਡਦੇ ਨਹੀਂ ਦੂਜੇ ਪਾਰਟੀ ਨੂੰ ਹੈ ਨਾ ਜਿੱਦਾਂ ਪੁਲਿਸ ਨੂੰ ਫੋਨ ਕਰੀ ਜਾਣਾ ਵੇ ਉਹ ਮੈਨੂੰ ਫੋਨ ਕਰਦਾ ਮੈਨੂੰ ਟੈਕਸਟ ਕਰਦੀ ਆ ਹੈ ਨਾ ਦੋਨੇ ਪਾਰਟੀ ਮੈਨ ਵੂਮਨ ਵੀ ਹੈ ਨਾ ਫਿਰ ਉਹਨੇ ਪਤਾ ਕੀ ਕਰਨਾ ਉਹਨੇ ਇੰਜੰਕਸ਼ਨ ਲੈ ਲੈਣਾ ਫਿਰ ਉਹਨਾਂ ਦਾ ਖਰਾਬ ਹੋ ਜਾਣਾ ਸਾਰਾ ਕੁਝ ਜਦੋਂ ਤੁਸੀਂ ਨੌਨ ਮੋਲੈਸਟੇਸ਼ਨ ਆਰਡਰ ਕਹਿੰਦੇ ਸੀ ਉਹਦਾ ਇੰਜੰਕਸ਼ਨ ਹੀ ਆਮ ਬੰਦੇ ਨੂੰ ਇੰਜੰਕਸ਼ਨ ਅਸੀਂ ਕਹਿੰਦੇ ਆ ਜਦੋਂ ਤੁਸੀਂ ਉਹ ਇੰਜੰਕਸ਼ਨ ਲੈ ਲਿਆ ਉਹ ਇੰਜੰਕਸ਼ਨ ਕਹਿੰਦਾ ਵੀ ਤੁਸੀਂ ਕੰਟੈਕਟ ਨਹੀਂ ਕਰ ਸਕਦੇ ਫਿਰ ਜੇ ਤੁਹਾਡੇ ਨਿਆਣੇ ਆ ਉਹ ਬੁਰੀ ਦੇ ਨਾਲ ਤੁਸੀਂ ਨਿਆਣੇ ਨੂੰ ਕਿੱਦਾਂ ਕੰਟੈਕਟ ਕਰਨਾ Absolutely, that's true as well. So abuse sa ਥੋੜਾ ਮੈਂ ਇਦਾਂ ਨਹੀਂ ਕਹਿੰਦੀ ਵੀ ਸਾਰੇ ਬੁਰੀ ਬੰਦੇ ਇਦਾਂ ਕਰਦੇ ਇਦਾਂ ਨਹੀਂ there's genuine cases ਜਿੱਥੇ ਡਰ ਲੱਗਦਾ ਉਹਨਾਂ ਨੂੰ ਜਿੱਥੇ ਨਾ ਡੋਮੈਸਟਿਕ ਵਾਇਲੈਂਸ ਹੈਗਾ ਆ ਉਹਨੇ ਇੰਜੰਕਸ਼ਨ ਤਾਂ ਲੈਣਾ ਆ ਪਰ ਜਿਹੜੇ ਕੇਸ ਉਹਨਾਂ ਨੂੰ ਸਿਸਟਮ ਪਤਾ ਆ ਤਾਂ ਜਿਹੜਾ ਨੂੰ ਸਿਸਟਮ ਪਤਾ ਆ ਵੀ ਮੈਂ ਇੰਜੰਕਸ਼ਨ ਲੈ ਲਵਾਂ ਫਿਰ ਨਿਆਣੇ ਵੀ ਨਹੀਂ ਦੇਖ ਸਕਦਾ ਜਿਹਦੇ ਕੋਰਟ ਨੇ ਕਿਹਾ ਆ ਵੀ ਤੁਸੀਂ ਨਿਆਣੇ ਦੇਖ ਸਕਦੇ ਪਰ ਜੇ ਮੈਂ ਇੰਜੰਕਸ਼ਨ ਲੈ ਲਵਾਂ ਫਿਰ ਮੈਂ ਆਪਣਾ ਬਹਾਨਾ ਪਾ ਕੇ ਕਹਿ ਸਕਦੀ ਮੈਨੂੰ ਡਰ ਲੱਗਦਾ ਮੈਂ ਡੋਰ ਨਹੀਂ ਖੋਲਣੀ ਸੋ ਇੱਦਾਂ ਅਬਿਊਜ਼ ਨਾ ਇੱਦਾਂ ਚੰਗਾ ਨਹੀਂ ਪੇਰੈਂਟਸ ਇੱਦਾਂ ਮੈਂ ਐਡਵਾਈਸ ਦਿੰਦੀ ਹੁੰਦੀ ਆਪਣੇ ਕਲਾਇੰਟਸ ਨੂੰ ਵੀ ਤੁਸੀਂ ਸੋਚੋ ਤੁਹਾਡਾ ਡਿਸਪਿਊਟ ਹੋ ਗਿਆ ਤੁਹਾਡੀ ਮੈਰਿਜ ਬ੍ਰੇਕ ਡਾਊਨ ਹੋ ਗਈ
ਪਰ ਨਿਆਣਿਆਂ ਨੇ ਕੀ ਕੀਤਾ? ਨਿਆਣਿਆਂ ਦਾ ਤਾਂ ਕੋਈ ਕਸੂਰ ਨਹੀਂ ਨਾ, ਦੇ ਆਰ ਜਸਟ ਸਫਰਿੰਗ ਬਿਟਵੀਨ ਦੋ ਜਣਿਆਂ ਦੇ ਵਿੱਚ, ਉਹ ਜਿੱਦਾਂ ਚੱਕੀ ਦੇ ਵਿੱਚ ਪਿਸਦੇ ਨੇ ਉਸ ਤਰੀਕੇ ਨਾਲ ਬੱਚੇ। ਹਾਂਜੀ, ਆਈ ਲਾਈਕ ਦੈਟ ਹਾਂਜੀ, ਇਦਾਂ ਹੀ ਆ ਚੱਕੀ। ਸੋ ਕਵਿਤਾ, ਜਿੱਦਾਂ ਆਪਾਂ ਗੱਲ ਕਰ ਰਹੇ ਸੀ ਕਿ ਥੋੜਾ ਜਿਹਾ ਤੁਸੀਂ ਮੈਂਸ਼ਨ ਕੀਤਾ ਡੋਮੈਸਟਿਕ ਵਾਇਲੈਂਸ ਦੇ ਬਾਰੇ ਵੀ, ਵਾਇਲੈਂਸ ਜਦੋਂ ਹੋ ਜਾਂਦਾ ਹੈ ਮੈਰਿਜ ਦੇ ਵਿੱਚ, ਫਿਰ ਉਹਦਾ ਕੀ ਸਿਚੁਏਸ਼ਨ, ਕਿਸ ਤਰੀਕੇ ਦੇ ਨਾਲ ਡਿਵੋਰਸ ਦੀ ਸਿਚੁਏਸ਼ਨ ਕ੍ਰੀਏਟ ਹੁੰਦੀ ਹੈ ਤੇ ਕਿਸ ਤਰੀਕੇ ਦੇ ਨਾਲ ਫਿਰ ਉਹ ਐਜ਼ ਅ ਕੋਰਟ ਦੇ ਵਿੱਚ ਜਾਂਦਾ ਕੇਸ? ਜਦੋਂ ਤੁਸੀਂ ਉਹ ਡਿਵੋਰਸ ਦਾ ਜਿਹੜਾ ਸਿਸਟਮ ਉਹ ਤਾਂ ਸੇਮ ਹੀ ਹੁੰਦਾ, ਪਰ ਐਕਚੁਅਲੀ ਜਿਹੜੇ ਬੰਦੇ ਕੋਲ ਡੋਮੈਸਟਿਕ ਵਾਇਲੈਂਸ ਹੈਗਾ ਆ, ਉਹ ਜਿੱਦਾਂ ਸਫਰ ਕੀਤਾ ਆ, ਉਹਨਾਂ ਲਈ ਔਖਾ ਹੋ ਜਾਂਦਾ, ਕਰਕੇ ਕਈ ਜਿਹੜੇ ਸਾਡੇ ਡੋਮੈਸਟਿਕ ਵਾਇਲੈਂਸ ਦੇ ਕੇਸ ਆ ਉਹ ਆਪਣੇ ਘਰੋਂ ਬਾਹਰ ਵੀ ਨਹੀਂ ਨਿਕਲ ਸਕਦੇ, ਸੋ ਉਹ ਔਖਾ ਹੋ ਜਾਂਦਾ, ਕਰਕੇ ਉਹ ਫੋਨ ਵੀ ਨਹੀਂ ਕਰ ਸਕਦੇ। ਹੁਣ ਥੋੜਾ ਜਿਹਾ ਬੈਟਰ ਆ, ਕਰਕੇ ਹੁਣ ਈਮੇਲ ਆ, ਟੈਕਸਟ ਮੈਸੇजेस ਕਰ ਸਕਦੇ, ਵਕੀਲ ਰਾਹ ਅਸੀਂ ਫੇਸ ਟਾਈਮ ਕਰ ਸਕਦੇ ਆ, ਜਿੱਦਾਂ ਵੀ ਤੁਸੀਂ ਕਹਿੰਦੇ ਆ ਅਸੀਂ ਟਰਾਈ ਕਰਦੇ ਵੀ ਤੁਹਾਨੂੰ ਅਕੋਮੋਡੇਟ ਕਰਦੇ ਆ ਫੇਸ ਟਾਈਮ ਐਕਸੈਟਰਾ, ਬਟ ਉਸ ਪ੍ਰੋਸੈਸ ਸੇਮ ਹੀ ਆ। ਤਾਂ ਤੁਸੀਂ ਐਕਚੁਅਲੀ ਮੈਂਸ਼ਨ ਕਰ ਸਕਦੇ ਵੀ ਡੋਮੈਸਟਿਕ ਵਾਇਲੈਂਸ ਸੀਗਾ। ਇੱਕ ਪ੍ਰੋਬਲਮ ਆ, ਜਦੋਂ ਤੁਸੀਂ ਕਹਿ ਦਿੱਤਾ ਮੈਨੂੰ ਹੈ ਨਾ ਵੀ ਡੋਮੈਸਟਿਕ ਵਾਇਲੈਂਸ, ਮੈਂ ਤੁਹਾਨੂੰ ਆਟੋਮੈਟਿਕਲੀ ਉਹ ਕੁਐਸਚਨ ਪੁੱਛਣਾ ਵੀ ਤੁਸੀਂ ਪੁਲਿਸ ਨੂੰ ਰਿਪੋਰਟ ਕੀਤੀ ਜਾਂ ਨਹੀਂ। ਸਮ ਸਹੀ ਨਹੀਂ ਅਸੀਂ ਕੀਤੀ ਨਹੀਂ, ਕਰਕੇ ਮੇਰੇ ਘਰ ਵਾਲੇ ਨੇ ਕਹਿ ਦਿੱਤਾ ਵੀ ਮੈਨੂੰ ਕਰੀ ਨਾ, ਸਾਡੀ ਬੇਇੱਜ਼ਤੀ ਹੁੰਦੀ ਆ, ਸਾਡਾ ਆਹ ਹੁੰਦਾ, ਤੂੰ ਨਾ ਕਰੀ, ਚੁੱਪ ਕਰਕੇ ਨਾ ਕਰ ਲਾ। ਉਹ ਪ੍ਰੋਬਲਮ ਹੋ ਜਾਂਦਾ, ਕਰਕੇ ਜਦੋਂ ਅਸੀਂ ਲਿਖਦੇ ਹਾਂ ਪੇਪਰਾਂ ਦੇ ਵਿੱਚ ਵੀ ਐਕਚੁਅਲੀ ਡੋਮੈਸਟਿਕ ਵਾਇਲੈਂਸ, ਉਹ ਨਹੀਂ ਮੁੜ ਕੇ ਸਾਨੂੰ ਰਿਪਲਾਈ ਕਰਨਾ ਤੁਹਾਡਾ ਪ੍ਰੂਫ ਕਿੱਥੇ ਆ, ਪੁਲਿਸ ਨੂੰ ਤਾਂ ਰਿਪੋਰਟ ਕੀਤੀ ਨਹੀਂ, ਜੇ ਅਸੀਂ ਇੰਨਾ ਇਹਦੇ ਨਾਲ ਖਰਾਬ ਕੰਮ ਕੀਤਾ ਤੁਸੀਂ ਪੁਲਿਸ ਨੂੰ ਕੱਲ੍ਹ ਨਹੀਂ ਦੱਸਿਆ। ਸੋ ਮੇਰੀ ਪਹਿਲੀ ਐਡਵਾਈਸ ਆ, ਪੁਲਿਸ ਨੂੰ ਰਿਪੋਰਟ ਕਰੋ। ਓਕੇ, ਤੁਸੀਂ ਪੁਲਿਸ ਨੇ ਤੁਹਾਨੂੰ ਪੁੱਛਣਾ, ਨੋਰਮਲੀ ਤੁਹਾਡੇ ਪੁੱਛਦੇ ਹੁੰਦੇ ਆ ਵੀ ਤੁਸੀਂ ਕੋਈ ਇਹ ਗਾਹਾਂ ਵੀ ਕੰਮ ਕਰਨਾ ਜਾਂ ਨਹੀਂ, ਤੁਸੀਂ ਪ੍ਰੋਗਰੈਸ ਵੀ ਕਰਨੀ, ਚਾਰਜ ਕਰਿਆ ਸੀ ਜਾਂ ਨਹੀਂ। ਤੁਸੀਂ ਕਹਿ ਸਕਦੇ ਨਹੀਂ ਐਟ ਦਿਸ ਸਟੇਜ ਮੈਂ ਲੌਗ ਹੀ ਬਣਾਉਣਾ ਬਸ, ਹੈ ਨਾ, ਕਰਕੇ ਜਦੋਂ ਫਿਰ ਤੁਸੀਂ ਮੇਰੇ ਕੋਲ ਆ ਗਏ ਮੈਨੂੰ ਉਹ ਲੌਗਸ ਚਾਹੀਦੇ ਆ। ਜਦੋਂ ਤੁਸੀਂ ਇੰਜੰਕਸ਼ਨ ਐਪਲੀਕੇਸ਼ਨ ਬਣਾਉਣਾ, ਜੱਜ ਨੇ ਤੁਹਾਨੂੰ ਪੁੱਛਣਾ ਪੁਲਿਸ ਨੂੰ ਗਏ ਸੀਗੇ, ਤਾਂ ਜੇ ਤੁਸੀਂ ਨਹੀਂ ਕਹਿ ਦਿੱਤਾ। ਸੋ ਇਹ ਬਹੁਤ ਨਾ ਥੋੜਾ ਜਿਹਾ ਮੈਂ ਹੋਰ ਇਹਦੇ ਬਾਰੇ ਜਾਣਨਾ ਚਾਹਾਂਗੀ। ਸੇ ਅਗਰ ਕੋਈ ਕੰਪਲੇਨ ਕਰ ਦਿੰਦਾ ਕਿ ਵੀ ਮੈਨੂੰ ਆਮ ਗੈਟਿੰਗ ਵਾਇਲੈਂਸ ਅਬਿਊਜ਼ ਮੈਨੂੰ ਘਰ ਦੇ ਵਿੱਚ ਹੋ ਰਿਹਾ, ਪਰ ਉਹਨੇ ਉਸ ਘਰ ਦੇ ਵਿੱਚ ਰਹਿਣਾ ਹੁੰਦਾ, ਜੇਕਰ ਉਸ ਜਿਹੜਾ ਅਬਿਊਜ਼ ਕਰਦਾ ਉਹ ਵੀ ਉਹਦੇ ਨਾਲ ਰਹਿ ਰਿਹਾ, ਤੇ ਫਿਰ ਉਹਦੇ ਲਈ ਉਹ ਸੁਰੱਖਿਅਤ ਥਾਂ ਤਾਂ ਨਹੀਂ ਰਹਿੰਦੀ ਨਾ, ਇਟਸ ਡੇਂਜਰਸ ਫॉर दैट ਲੇਡੀ ਔਰ ਅ ਮੈਨ। ਹਾਂਜੀ, ਉਹ ਫਿਰ ਨਾ ਜਦੋਂ ਡੋਮੈਸਟਿਕ ਵਾਇਲੈਂਸ ਪੁਲਿਸ ਨੂੰ ਰਿਪੋਰਟ ਕਰਦੇ ਆ, ਮੈਨੂੰ ਲੱਗਦਾ 7 ਆਊਟ ਆਫ 10 ਟਾਈਮਸ ਮੇਰੇ ਕਲਾਇੰਟਸ ਕਹਿੰਦੇ ਵੀ ਉਹਨਾਂ ਨੂੰ ਨੰਬਰ ਵੀ ਰੈਫਿਊਜ ਦਾ ਦੇ ਦਿੰਦੇ ਆ, ਜਾਂ ਉਹ ਜਿਹੜੇ ਹੋਰ ਡੋਮੈਸਟਿਕ ਵਾਇਲੈਂਸ ਦੀ ਏਜੰਸੀਜ਼ ਹੁੰਦੀ ਆ ਹੈਲਪ ਕਰਨੇ ਵਾਲੇ, ਕਿਉਂਕਿ ਵਕੀਲ ਅਸੀਂ ਸਾਰਾ ਕੁਝ ਨਹੀਂ ਕਰ ਸਕਦੇ, ਹੈ ਨਾ। ਸੋ ਦੇਰ ਆਰ ਸਪੈਸ਼ਲਿਸਟ ਏਜੰਸੀਜ਼ ਜੋ ਥੋੜਾ ਹੈਲਪ ਕਰ ਸਕਦੇ ਡੋਮੈਸਟਿਕ ਵਾਇਲੈਂਸ ਦੇ ਨਾਲ, ਤੁਹਾਨੂੰ ਰੈਫਿਊਜ ਵਿੱਚ ਵੀ ਤੁਹਾਨੂੰ ਘੱਲ ਸਕਦੇ ਨਿਆਣਿਆਂ ਦੇ ਨਾਲ, ਸੋ ਦੇ ਕੈਨ ਟੇਕ ਯੂ ਆਊਟ ਆਫ ਦ ਸਿਚੁਏਸ਼ਨ। ਬਟ ਤੁਹਾਨੂੰ ਪਹਿਲੀ ਸਟੈਪ ਤਾਂ ਕਰਨੀ ਪੈਣੀ, ਤੁਹਾਨੂੰ ਆਪ ਕਰਨੀ ਪੈਣੀ ਆ। ਬਿਕੋਜ਼ ਕਈ ਵਾਰੀ ਹੁੰਦਾ ਕਈ ਲੇਡੀਜ਼ ਜਿਹੜਾ ਡੋਮੈਸਟਿਕ ਵਾਇਲੈਂਸ ਹੈ ਇਹ ਕਿੰਨਾ ਡੇਂਜਰਸ ਹੈ ਕਿ ਇਹ ਤੇ ਉਸ ਪਰਸਨ ਨੂੰ ਪਤਾ ਹੁੰਦਾ ਹੈ। ਕਈ ਵਾਰੀ ਚਲੋ ਥੋੜਾ ਇੱਕ ਫਿਜ਼ੀਕਲੀ ਤੁਸੀਂ ਇਮੋਸ਼ਨਲੀ ਤੇ ਕਈ ਲੋਕੀ ਬਹੁਤ ਚਿਰ ਤੋਂ ਅਬਿਊਜ਼ ਹੁੰਦੇ ਆ, ਬਟ ਫਿਜ਼ੀਕਲ ਜਿਹੜਾ ਅਬਿਊਜ਼ ਹੁੰਦਾ ਕਈ ਵਾਰੀ ਦੇ ਯੂਜ਼ ਨਾਈਫ ਐਂਡ ਆਲ ਦੋਸ ਸਟਫ ਇਜ਼ ਵੈਲ, ਉਸ ਦੇ ਵਿੱਚ ਉਹ ਡੇਂਜਰਸ ਬੱਚਿਆਂ ਨੂੰ ਕਈ ਵਾਰੀ ਟਾਰਗੇਟ ਕੀਤਾ ਜਾਂਦਾ, ਜਿਹੜਾ ਹੁੰਦਾ ਹੈ ਵੀ ਅਗਰ ਤੂੰ ਕੁਝ ਕਿਹਾ ਤੇ ਮੈਂ ਬੱਚਿਆਂ ਨੂੰ ਮਾਰ ਦਾਂਗਾ ਜਾਂ ਇਦਾਂ ਕਰ ਦਾਂਗਾ। ਉਹਦੇ ਵਿੱਚ ਕੀ ਸਟ੍ਰਾਈਟ ਵੇ ਕੋਈ ਇਹਦਾ ਨਹੀਂ ਹੋ ਸਕਦਾ ਵੀ ਸਟ੍ਰਾਈਟ ਵੇ ਡਿਵੋਰਸ ਦਾ ਜਾਂ ਸਟ੍ਰਾਈਟ ਵੇ ਕੋਰਟ ਕੁਝ ਕਰਦਾ ਹੈ? ਨਥਿੰਗ, ਸਟਿਲ ਹੈਜ਼ ਟੂ ਬੀ the same procedure ਆ। ਦੂਜਾ ਤੁਸੀਂ ਕੰਮ ਜਿਹੜਾ ਕਰ ਸਕਦੇ ਹੋ, ਸੋਸ਼ਲ ਸਰਵਿਸਿਜ਼ ਨੂੰ ਤੁਸੀਂ ਰਿਪੋਰਟ ਕਰ ਸਕਦੇ ਵੀ ਇਹ ਬੁਰੀ ਮੇਰੇ ਨਿਆਣੇ ਨੂੰ ਮਾਰਦੀ ਬਹੁਤ ਤਾਂ, ਜਾਂ ਬੁਰੀ ਨਾਈਫ ਨੂੰ ਕਈ ਵਾਰੀ ਥ੍ਰੈਟਨ ਕਰ ਦਿੰਦੀ ਆ, ਤੁਸੀਂ ਰਿਪੋਰਟ ਕਰ ਸਕਦੇ। ਤੁਸੀਂ ਆਪਣੇ ਨਿਆਣੇ ਹੋਰ ਕੁਝ ਨਹੀਂ ਕਰ ਸਕਦੇ ਵੇਲੀ, ਤੁਸੀਂ ਪੁਲਿਸ ਨੂੰ ਫੋਨ ਕਰ ਸਕਦੇ, ਜਸਟ ਪੁਲਿਸ ਤੋਂ ਮੇਨਲੀ, ਫਿਰ ਉਹ ਗਾਂ ਦੇਖ ਸਕਦੇ ਵੀ ਹਾਂਜੀ ਕੀ ਫਿਰ ਤੁਹਾਡੇ ਲਈ ਕੀ ਬੈਟਰ ਰਹੇਗਾ ਉਸ ਟਾਈਮ ਤੇ ਸਿਚੁਏਸ਼ਨ ਦੇ ਲਈ। lot of my clients actually ਉਹ ਰੈਫਿਊਜ ਵਿੱਚ ਆ ਹੁਣ, ਬਿਕਾਜ਼ ਪੁਲਿਸ ਨੇ ਹੈਲਪ ਕੀਤੀ ਵੀ ਰੈਫਿਊਜ ਤੁਸੀਂ ਰਹਿ ਸਕਦੇ ਆ। ਜਦੋਂ ਤੁਸੀਂ ਰੈਫਿਊਜ ਚਲ ਜਾਂਦੇ ਆ, ਮੇਰੀ ਅੰਡਰਸਟੈਂਡਿੰਗ ਹੈਗੀ ਆ ਕਲਾਇੰਟਸ ਤੋਂ ਬਈ ਤੁਸੀਂ ਆਪਣਾ ਫੋਨ ਨੰਬਰ ਚੇਂਜ ਕਰਦੇ, ਤੁਸੀਂ ਫੋਨ ਨਹੀਂ ਲੈ ਕੇ ਜਾ ਸਕਦੇ, ਤੁਸੀਂ ਜਿਹੜੇ ਆਪਣੇ ਫੈਮਿਲੀ ਫਰੈਂਡਸ ਆ ਤੁਸੀਂ ਉਹਨਾਂ ਨੂੰ ਕੰਟੈਕਟ ਨਹੀਂ ਕਰ ਸਕਦੇ, ਕਰਕੇ ਫੇ ਉਹਨਾਂ ਨੂੰ ਪਤਾ ਲੱਗ ਜਾਣਾ ਵੀ ਕਿੱਥੇ ਆ। ਸੋ ਇੱਕ ਸੇਫ ਜਗ੍ਹਾ ਉਹਨਾਂ ਦੇ ਲਈ, ਹਾਂਜੀ ਉਹ ਸੇਫ, ਹਾਂਜੀ ਐਗਜ਼ੈਕਟਲੀ ਸੇਫ ਜਗ੍ਹਾ ਵਿੱਚ ਤੁਹਾਨੂੰ ਉਹਨੂੰ ਹੈ ਨਾ ਪਲੇਸ ਕਰ ਦੇਣਾ। ਬਟ ਤੁਹਾਡੀ ਓਬਲੀਗੇਸ਼ਨ ਆ ਵੀ ਤੁਸੀਂ ਜਿਹੜੇ ਰੂਲਸ ਉਹ ਤੁਹਾਨੂੰ ਦੱਸਦੇ ਆ ਤੁਸੀਂ ਫੋਲੋ ਕਰੋ, ਕਰਕੇ ਇਹ ਤੁਹਾਡੀ ਸੇਫਟੀ ਲਈ ਰੂਲਸ ਆ।
ਹਾਂਜੀ, ਜਿੱਦਾਂ ਹੁਣ ਕਵਿਤਾ ਕ੍ਰਿਸਮਸ ਟਾਈਮ ਚੱਲ ਰਿਹਾ ਤੇ ਇਸ ਦੇ ਵਿੱਚ ਡੋਮੈਸਟਿਕ ਵਾਇਲੈਂਸ ਦਾ ਕਿੱਦਾਂ ਕਰ ਸਕਦੇ ਆ ਫਿਰ ਅਗਰ ਕੋਈ ਅਬਿਊਜ਼ਮੈਂਟ ਹੋ ਰਿਹਾ ਤੇ ਕ੍ਰਿਸਮਸ ਟਾਈਮ ਦੇ ਵਿੱਚ ਤਾਂ ਬਹੁਤ ਔਖਾ ਹੋ ਜਾਂਦਾ ਜਿੱਦਾਂ ਬਹੁਤ ਹਾਂਜੀ ਦ ਸਰਵਿਸਿਜ਼ ਆਰ ਕਲੋਜ਼ ਐਂਡ ਹਾਂਜੀ ਉਹ ਹੈ ਨਾ a lot of the services are closed but ਇਹ ਜਿਹੜੇ ਹੈ ਨਾ ਲੋਕਲ ਕਾਉਂਸਲ ਵਾਲੇ ਆ ਹੁਣ ਇਹ ਹੁਣੀ ਕੈਂਪੇਨ ਕਰਦੇ ਆ ਵੀ ਨੰਬਰ ਆ ਸਾਡਾ ਲਿਖ ਲਓ ਅਸੀਂ ਕ੍ਰਿਸਮਸ ਪੀਰੀਅਡ ਤੱਕ ਸਾਡਾ ਫੋਨ ਅਸੀਂ ਆਨਸਰ ਕਰੂੰਗੇ ਨਾ ਮੈਨੂੰ ਪਤਾ ਨਹੀਂ ਕਿੰਨਾ ਕਿ ਟਰੂ ਆ ਜਾਂ ਨਹੀਂ obviously ਮੈਨੂੰ ਪਤਾ ਨਹੀਂ ਪਰ ਮੈਂ ਐਡਵਰਟਾਈਜ਼ਮੈਂਟ ਸਾਨੂੰ ਵੀ ਦੱਸਿਆ ਆ ਕੋਰਟਸ ਦਾ ਬੰਦ ਆ ਕੋਰਟਸ ਨੇ ਜੇ ਕੋਈ ਐਮਰਜੈਂਸੀ ਹੈਗੀ 27 ਦਸੰਬਰ ਅਸੀਂ ਜਾ ਸਕਦੇ ਪਹਿਲੀ ਡੇਟ ਨੂੰ ਅਸੀਂ ਪਹਿਲਾਂ ਨਹੀਂ ਜਾ ਸਕਦੇ ਪਰ ਮੇਰੀ ਐਡਵਾਈਸ ਹੈ ਜੇ ਤੁਸੀਂ ਪੁਲਿਸ ਨੂੰ ਫੋਨ ਕਰ ਸਕਦੇ ਗੈਟ ਯੋਰਸੈਲਫ ਆਊਟ before and ਇਹਦੇ ਵਿੱਚ ਲਾਸਟ ਜਿਹੜਾ ਆਪਾਂ ਕੁਐਸਚਨ ਕੀਤਾ ਸੀਗਾ ਕੈਨ ਆਈ ਲੌਕ ਮਾਈ ਵਾਈਫ ਔਰ ਹਸਬੈਂਡ ਆਊਟ ਆਫ ਦ ਹਾਊਸ okay ਪੁੱਛ ਲਈਏ ਪਹਿਲੇ ਕਿ ਕੈਨ ਆਈ ਔਰ ਨਾਟ okay ਜੇ ਹੈ ਨਾ okay ਇੰਪੋਰਟੈਂਟ ਆਇਆ ਪਹਿਲਾਂ ਤਾਂ ਤੁਸੀਂ ਦੇਖਣਾ ਲੀਗਲੀ ਘਰ ਕਿਹੜਾ ਆ ਸੋ ਜਿਹੜਾ ਆਪਾਂ ਲੈਂਡ ਰਜਿਸਟਰੀ ਦੇ ਡਾਕੂਮੈਂਟ ਹੁੰਦੇ ਆ ਆਪਾਂ ਜਦੋਂ ਘਰ ਲੈਂਦੇ ਆ ਤੁਹਾਡੇ ਲੈਂਡ ਰਜਿਸਟਰੀ ਦੇ ਡੀਡਸ ਹੁੰਦੀ ਆ ਤੁਸੀਂ ਡੀਡਸ ਤੇ ਦੇਖੋ ਨਾਓ ਜੇ ਤੇ ਡੀਡਸ ਤੇ ਤੁਹਾਡਾ ਦੋਨਾਂ ਦਾ ਨਾਂ ਆ ਆਨਸਰ ਸਿੰਪਲ ਨਹੀਂ ਤੁਸੀਂ ਲੌਕ ਆਊਟ ਨਹੀਂ ਕਰ ਸਕਦੇ ਤੁਸੀਂ ਲੌਕ ਵੀ ਨਹੀਂ ਚੇਂਜ ਕਰ ਸਕਦੇ ਬਿਕਾਜ਼ ਉਹਦੇ ਜੇ ਹਸਬੈਂਡ ਨਾਲ ਮੈਂ ਫੇਰ ਐਗਜ਼ਾਮਪਲ ਦਿੰਦੀ ਆ ਹਸਬੈਂਡ ਨੂੰ ਤੁਸੀਂ ਲੌਕ ਆਊਟ ਕਰ ਦਿਓ ਹਸਬੈਂਡ ਨੇ ਪੁਲਿਸ ਨੂੰ ਕਹਿਣਾ ਵੀ ਮੈਨੂੰ ਬਾਹਰ ਇਹਨੇ ਕੱਢ ਦਿੱਤਾ ਜੇ ਉਹਨੇ ਕਹਿਣਾ ਤੇਰਾ ਘਰ ਆ ਉਹਨੇ ਕਹਿਣਾ ਹਾਂ ਮੈਂ ਵੀ ਅੱਧਾ ਮੇਰਾ ਹਿੱਸਾ ਹੈਗਾ ਆ ਉਹਨੇ ਕਹਿਣਾ ਵਾਈਫ ਨੂੰ ਕਹਿਣਾ ਤੂੰ ਲੌਕ ਆਊਟ ਨਹੀਂ ਕਰ ਸਕਦੀ ਇਹਦਾ ਘਰ ਆ ਅਨਲੈਸ ਦਿਸ ਵਾਇਲੈਂਸ ਓਕੇ ਫੇ ਉਹ ਨਹੀਂ ਕਹਿ ਸਕਦੇ ਵੀ ਤੂੰ ਅੰਦਰ ਨਹੀਂ ਜਾ ਸਕਦਾ ਜੇ ਹੈ ਨਾ ਘਰ ਇੱਕ ਜੇ ਵਾਈਫ ਦਾ ਘਰ ਆ ਰਾਈਟ ਜੇ ਵਾਈਫ ਦਾ ਘਰ ਆ ਫੇ ਵਾਈਫ ਕਹਿ ਸਕਦੀ ਇਹ ਮੇਰਾ ਘਰ ਮੇਰਾ ਨਾਂ ਆ ਡੀਡਸ ਤੇ ਐਂਡ ਸ਼ੀ ਡਸਨਟ ਹੈਵ ਟੂ ਲੈਟ ਹਿਮ ਇਨ ਤਾਂ ਪੁਲਿਸ ਕੁਛ ਨਹੀਂ ਕਰ ਸਕਦੀ Okay, so basically ਉਦਾਂ ਤਾਂ ਹੈਗਾ ਵੀ ਤੁਸੀਂ ਨਹੀਂ ਲੌਕ ਆਊਟ ਕਰ ਸਕਦੇ ਹੋ ਐਂਡ ਨਾ ਹੀ ਪਰਮਾਤਮਾ ਇਹੋ ਜਿਹਾ ਦਿਨ ਲਿਆਏ ਕਿਸੇ ਦੇ ਲਈ ਬਟ ਮੇਨ ਜਿਹੜਾ ਹੈਗਾ ਕਿ ਡੀਡਸ ਤੇ ਅਗਰ ਕਿਸੇ ਦਾ ਵੀ ਨਾਮ ਹੈਗਾ ਪਹਿਲੇ ਨੰਬਰ ਤੇ ਉਹ ਕਰ ਸਕਦਾ ਹੈਗਾ ਅਨਲੈਸ ਉਦਾਂ ਨਹੀਂ ਤੁਸੀਂ ਕਰ ਸਕਦੇ ਜੇਕਰ ਡੋਮੈਸਟਿਕ ਵਾਇਲੈਂਸ ਜਾਂ ਕੋਈ ਵਾਇਲੈਂਸ ਦੀ ਸਿਚੁਏਸ਼ਨ ਕ੍ਰੀਏਟ ਨਹੀਂ ਹੁੰਦੀ ਸੋ ਚੱਲਾਂਗੇ ਹੁਣ ਅਸੀਂ ਇੰਪਲੋਇਮੈਂਟ ਲੋ ਤੇ ਨਾਓ ਹਾਂਜੀ ਸੋ ਵਾਟ ਇਜ਼ ਯੂਕੇ's ਇੰਪਲੋਇਮੈਂਟ ਲੋ ਕੀ ਹੈ ਕਵਿਤਾ ਓਕੇ ਇੰਪਲੋਇਮੈਂਟ ਲੋ ਦਾ ਹੈਗਾ ਆ ਜੇ ਤੁਹਾਨੂੰ ਕੋਈ ਐਮਪਲੋਈ ਕਰੇ ਐਨੀ ਜੌਬ ਕਰਨ ਲਈ ਉਹਨਾਂ ਨੂੰ ਤੁਹਾਨੂੰ ਇੰਪਲੋਇਮੈਂਟ ਲੋ ਦਾ ਕੰਟਰੈਕਟ ਦੇਣਾ ਪੈਂਦਾ ਆ ਹਾਂਜੀ ਅੱਗੇ ਲੋ ਸੀਗਾ ਵੀ 8 ਵੀਕਾਂ ਬਾਅਦ ਤੁਹਾਨੂੰ ਮਿਲਣਾ ਚਾਹੀਦਾ ਕੰਟਰੈਕਟ ਬਟ ਲਾਸਟ ਈਅਰ ਹੀ ਲੋ ਚੇਂਜ ਕਰਤਾ ਵੀ ਤੁਹਾਨੂੰ ਇਮੀਡੀਏਟਲੀ ਜਦੋਂ ਤੁਸੀਂ ਸਟਾਰਟ ਹੋਵੇ ਤੁਹਾਡਾ ਹੱਕ ਬਣਦਾ ਇੰਪਲੋਇਮੈਂਟ ਕੰਟਰੈਕਟ ਲਈ ਕੰਟਰੈਕਟ ਦੇ ਵਿੱਚ ਇਹਨਾਂ ਨੂੰ ਲਿਖਣਾ ਚਾਹੀਦਾ ਵੀ ਘੰਟੇ ਕੀ ਆ ਵੇਜਸ ਕੀ ਆ ਤੁਸੀਂ ਕਿੱਥੇ ਜਾਣਾ ਆ ਜਾਂ ਤੁਸੀਂ ਸੁਪਰਵਾਈਜ਼ਰ ਰੋਲ ਹੈਗਾ ਜਾਂ ਨਹੀਂ ਤੁਹਾਨੂੰ ਐਦਾਂ ਵੀ ਦੱਸਣਾ ਚਾਹੀਦਾ ਵੀ ਡਿਸਪਲਿਨਰੀ ਪ੍ਰੋਸੀਜਰ ਕੀ ਆ ਤੁਹਾਨੂੰ ਸੈਕ ਕਦੋਂ ਮਿਲ ਸਕਦੀ ਕਦੋਂ ਨਹੀਂ ਮਿਲ ਸਕਦੀ ਡਿਸਕ੍ਰਿਮੀਨੇਸ਼ਨ ਦਾ ਵੀ ਜੇ ਤੁਹਾਨੂੰ ਕੋਈ ਕਹਿੰਦਾ ਆ ਬਈ ਤੁਸੀਂ ਕੰਮ ਨਹੀਂ ਕਰ ਸਕਦੇ ਕਰਕੇ ਮੈਂ ਤੁਹਾਡਾ ਰੰਗ ਨਹੀਂ ਸੋਹਣਾ ਲੱਗਦਾ ਮੈਨੂੰ ਹੈ ਨਾ ਇਦਾਂ ਵੀ ਹੋ ਜਾਂਦਾ ਕਲਰ ਆਫ ਸਕਿਨ ਜਾਂ ਉਹ ਰੇਸ ਡਿਸਕ੍ਰਿਮੀਨੇਸ਼ਨ ਉਹਨੂੰ ਕਹਿੰਦੇ ਆ ਬਟ ਰੇਸ ਉਹ ਹੀ ਲਿਖਿਆ ਹੁੰਦਾ ਕੰਟਰੈਕਟ ਦੇ ਵਿੱਚ ਵੀ ਜੇ ਤੁਹਾਨੂੰ ਆ ਹੋ ਗਿਆ ਤੁਸੀਂ ਫਿਰ ਇਹਨੂੰ ਕੰਪਲੇਨ ਕਰਨਾ HR ਡਿਪਾਰਟਮੈਂਟ ਨੂੰ ਜਾਂ HR ਡਿਪਾਰਟਮੈਂਟ ਹੈ ਨਹੀਂ ਤੁਸੀਂ ਮੈਨੇਜਿੰਗ ਡਾਇਰੈਕਟਰ ਨੂੰ ਡਾਇਰੈਕਟਲੀ ਚਿੱਠੀ ਲਿਖ ਸਕਦੇ ਆ ਪਰ ਤੁਹਾਨੂੰ ਪ੍ਰੋਟੈਕਸ਼ਨ ਹੈਗਾ ਆ ਸੋ ਜਿਹੜਾ ਕੰਟਰੈਕਟ ਆ ਉਹਦਾ ਪਰਪਸ ਹੈਗਾ ਆ ਟੂ ਪ੍ਰੋਟੈਕਟ ਯੂ ਜੇ ਤੁਹਾਡਾ ਇੰਪਲੋਇਰ ਨੇ ਕਿਹਾ ਮੈਂ ਤੈਨੂੰ ਕੰਟਰੈਕਟ ਨਹੀਂ ਦੇਣਾ ਤੁਸੀਂ ਆਟੋਮੈਟਿਕਲੀ ਉਹਨੂੰ ਸੂ ਕਰ ਸਕਦੇ ਆ 1 ਮਹੀਨੇ ਲਈ ਵੇਜਸ ਲੈ ਓਕੇ ਇਸ ਇਹ ਤੇ ਹੋਇਆ ਵੀ ਜੇਕਰ ਇੰਪਲੋਇਰ ਇਜ਼ ਇਟ ਵੋਲੰਟਰੀ ਲਈ ਵੀ ਸ਼ਾਮਿਲ ਹੁੰਦਾ ਕਿ ਇਫ ਯੂ ਵਰਕਿੰਗ ਐਜ਼ ਅ ਵੋਲੰਟੀਅਰ ਓਕੇ ਜੇ ਤੁਸੀਂ ਵੋਲੰਟੀਅਰ ਹੈ ਤੁਸੀਂ ਫਿਰ EMPLOYEE ਨਹੀਂ ਹੈਗੇ ਫਿਰ ਤੁਹਾਨੂੰ ਕੰਟਰੈਕਟ ਨਹੀਂ ਚਾਹੀਦਾ ਬਟ ਮੈਂ ਆਪਣੇ ਕਲਾਇੰਟਸ ਨੂੰ ਐਡਵਾਈਸ ਕਰਦੀ ਵੀ ਤੁਸੀਂ ਫੇਰ ਵੀ ਕੰਟਰੈਕਟ ਵਿੱਚ ਲਿਖੋ ਵੀ ਇਹ ਵੋਲੰਟਰੀ ਵਰਕਰ ਆ ਕੋਈ ਹੱਕ ਨਹੀਂ ਹੈਗਾ ਸੈਲਰੀ ਨੂੰ ਕਰਕੇ ਬਹੁਤ ਕੇਸ ਹੋਏ ਆ ਜਿੱਦਾਂ ਤੁਸੀਂ CAB ਦੇ ਕੇਸ ਬਹੁਤ ਹੋਏ ਆ ਸਿਟੀਜ਼ਨਸ ਐਡਵਾਈਸ ਬਿਊਰੋ ਦੇ ਉਹਨਾਂ ਦੇ ਜਿਹੜੇ ਵੋਲੰਟੀਅਰ ਆ ਉਹਨੇ ਕੇਸ ਲੌਜ ਕੀਤੇ ਸੀਗੇ ਕਹਿੰਦੇ ਵੀ ਐਕਚੁਅਲੀ ਅਸੀਂ ਵੋਲੰਟੀਅਰ ਆ ਪਰ ਸਾਨੂੰ ਵੇਜਸ ਮਿਲਣੀਆਂ ਚਾਹੀਦੀਆਂ ਆ ਤਾਂ ਕੋਰਟ ਨੇ ਰੂਲ ਕੀਤਾ ਸੀ ਐਕਚੁਅਲੀ ਨਹੀਂ ਤੁਸੀਂ ਵੋਲੰਟੀਅਰਸ ਆ ਬਟ ਤੁਸੀਂ ਐਗਰੀਮੈਂਟ ਪਹਿਲਾਂ ਹੀ ਲਿਖ ਲਓ ਜਾਂ ਤੁਹਾਡਾ ਵਰਕ ਐਕਸਪੀਰੀਅੰਸ ਆ ਜੇ ਤੁਹਾਡੇ ਵੋਲੰਟਰੀ ਉੱਦਾਂ ਹੀ ਜਿੱਦਾਂ ਰੇਡੀਓ ਸਟੇਸ਼ਨ ਜਾਂ ਹਸਪੀਟਲ ਵਿਜ਼ਿਟਸ ਕਰਕੇ ਵੋਲੰਟੀਅਰਸ ਉੱਧਰ ਵੀ ਹੁੰਦੇ ਆ ਤੁਸੀਂ ਲਿਖ ਕੇ ਆਪਣੇ ਦਿਓ ਵੀ ਤੁਹਾਡਾ ਕੋਈ ਤਨਖਾਹ ਦਾ ਤੁਹਾਡਾ ਕੋਈ ਹੱਕ ਨਹੀਂ ਹੈਗਾ ਵੀ ਕਲੀਅਰ
ਪਹਿਲੇ ਜਦੋਂ ਸਟਾਰਟ ਕਰਦੇ ਹਾਂਜੀ, ਸਟਾਰਟਿੰਗ ਦੇ ਤੁਸੀਂ ਵਿੱਚ ਪਹਿਲਾਂ ਐਜ਼ ਅ EMPLOYER or ਐਜ਼ ਅ ਵੋਲੰਟੀਅਰ ਤੁਹਾਨੂੰ ਪੇਪਰ ਵਰਕ ਪਹਿਲੇ ਹੀ ਸ਼ਾਮਿਲ ਪਹਿਲਾਂ ਕਰ ਲੈਣਾ ਤੁਸੀਂ ਕਰ ਚਾਹੀਦਾ ਲਓ, ਹਾਂਜੀ। ਹੈ ਬਿਕਾਜ਼ ਕਈ ਥਾਵਾਂ ਤੇ ਹੁੰਦਾ ਕਿ ਐਜ਼ ਅ ਵੋਲੰਟੀਅਰ ਵੈਨ ਯੂ ਵਰਕਿੰਗ ਤੁਹਾਨੂੰ ਬੇਸਿਕ ਜਿਹੜਾ ਹੈਗਾ ਤੁਹਾਡਾ ਕਮਿਟਮੈਂਟ ਦਿੱਤੀ ਜਾਂਦੀ ਹੈ ਵੀ ਐਜ਼ ਅ ਬੱਸ ਫੇਅਰ ਔਰ ਹਾਂਜੀ ਸਮਥਿੰਗ ਵੀ 10 ਘੰਟੇ ਤੁਹਾਨੂੰ ਵੀਕ ਚ ਦੇਣੇ ਪੈਂਦੇ ਆ ਉਹਦੇ ਬਾਰੇ ਸੋ ਇਹ ਕਲੀਅਰ ਕਰਤਾ ਤੁਸੀਂ ਵੀ ਜੇਕਰ ਤੁਸੀਂ ਪਹਿਲੇ ਹੀ ਸਾਈਨ ਕਰ ਲਓ ਦੈਟਸ ਅ ਬੈਟਰ ਸੋ ਵਾਟਸ ਇਜ਼ ਐਨ EMPLOYMENT ਕੰਟਰੈਕਟ ਹੁੰਦਾ ਕੀ ਹੈ ਉਹਦੇ ਵਿੱਚ ਸਾਰੀ ਇਨਫੋਰਮੇਸ਼ਨ ਹੁੰਦੀ ਹੈ ਤੁਹਾਡੇ ਆਵਰਸ ਤੋਂ ਲੈ ਕੇ ਹਾਲੀਡੇਜ਼ ਵਗੈਰਾ ਹਾਂਜੀ Okay. ਹਾਂਜੀ ਜਿੱਦਾਂ ਹੌਲੀਡੇਜ਼ ਆ ਸਾਰੇ ਜਿਹੜੇ EMPLOYEES ਆ ਸਾਰਿਆਂ ਨੂੰ 20 ਦਿਨ ਮਿਲਣੇ ਚਾਹੀਦੇ ਆ ਮਿਨੀਮਮ ਤਾਂ 8 ਬੈਂਕ ਹੌਲੀਡੇ ਆ ਸੋ 28 ਡੇਜ਼ ਅ ਈਅਰ ਤੁਹਾਡਾ ਐਂਟਾਈਟਲਮੈਂਟ ਆ ਪਰ 20 ਦਿਨ ਪਲੱਸ ਬੈਂਕ ਹੌਲੀਡੇਜ਼ ਸੋ ਆਲ ਟੁਗੇਦਰ 28 ਡੇਜ਼ ਤੁਹਾਨੂੰ ਮਿਲਣੇ ਚਾਹੀਦੇ ਆ ਜੇ ਤੁਸੀਂ ਕੋਈ ਸ਼ਿਫਟ ਵਰਕ ਕਰਾਂ ਫਿਰ ਉਹ ਪ੍ਰੋ ਰਾਟਾ ਕਰ ਦਿੰਦੇ ਆ ਤੁਹਾਡੇ ਘੰਟਿਆਂ ਵਿੱਚ ਵੀ ਕਹਿ ਸਕਦੇ ਵੀ ਤੁਹਾਡੇ ਜਿੱਦਾਂ 300 ਘੰਟੇ ਆ ਦਿਸ ਈਅਰ ਟੂ ਟੇਕ ਪਰ ਉੱਦਾਂ 28 ਡੇਜ਼ ਦਾ ਇਕੁਇਵਲੈਂਟ ਹੋਣਾ ਚਾਹੀਦਾ ਆ ਓਕੇ ਸੋ ਵੀ ਜਿਹੜੇ ਦਿਨ ਹੈ ਬਾਈ UK ਦਾ ਜਿਹੜਾ ਲੋ ਹੈ ਉਹਦੇ ਹਿਸਾਬ ਦੇ ਨਾਲ ਤੁਹਾਨੂੰ ਹੋਣਾ ਚਾਹੀਦਾ ਓਕੇ ਸੋ ਵਾਟ ਚੇਂਜਸ ਹੈਜ਼ ਹੈਪਨਡ ਟੂ UK law during COVID-19 for employment changes happened ਹੈਗੇ ਆ complicated ਆ ਪਹਿਲਾ ਤਾਂ ਹੈਗਾ ਤੁਸੀਂ ਸੁਣਿਆ ਹੋਗਾ furlough leave ਆ okay oh yeah ਹਾਂਜੀ so furlough ਤਾਂ ਪਤਾ ਨਹੀਂ I don't know what's happening with that well ਉਹ change ਹੋਈ ਅੱਗੇ change ਕੀਤਾ ਸੀ ਪਰ generally speaking ਉਹ 80% ਗਵਰਨਮੈਂਟ ਨੇ ਦੇਣੀ ਆ ਤੁਹਾਡੀ wages ਨੇ ਤੇ ਤੁਸੀਂ ਨਹੀਂ ਕੰਮ ਕਰ ਸਕਦੇ ਤਾਂ 20% employer ਨੇ ਦੇਣੀ ਆ ਪਰ overall ਤੁਹਾਡੀ salary 100% ਹੋਣੀ ਚਾਹੀਦੀ ਆ at the end of the month Okay. Yeah. So 80% from the government, 20% from the employer. That's the furlough rules. Does it really apply? It's a bit confusing. Say is ਹੁਣ ਕਈ ਜਿਹੜੇ ਹੈਗੇ ਆ ਨਵੇਂ ਰੂਲਸ ਹੁਣ ਮੰਨ ਲਓ ਕਈ ਜਿਹੜੇ ਟੈਸਕੋ ਜਾਂ ਹੋਰ ਕਈ ਫਰਮਸ 'ਚ ਕੰਮ ਕਰਦੇ ਆ some of them working on a 0 hour. So ਉਹਨਾਂ ਦੇ ਨਾਲ ਫਿਰ ਕਿੱਦਾਂ ਹੈ how does it work out with that? Okay. ਜਿਹੜੇ ਤੁਸੀਂ right 0 hour ਦੇ contract ਨਾਲ ਤੁਸੀਂ ਹੈ ਨਾ ਆਪਣੇ 3 ਮਹੀਨੇ ਪਹਿਲਾਂ ਆਵਰਸ ਦੇਖੋ ਫਿਰ ਉਹਦਾ ਐਵਰੇਜ ਉਹਦਾ ਪੈਸੇ ਮਿਲਣੇ ਸੋ ਐਵਰੇਜ ਆਫ 12 ਵੀਕਸ ਬਿਫੋਰ the date that you go off you know it's more confusing because ਹੁਣ ਆਪਾਂ ਨੂੰ ਹੋ ਗਿਆ ਕੋਵਿਡ ਦੇ ਵਿੱਚ it's over 6-7 months ਦਾ ਹੋ ਗਿਆ 7 ਮਹੀਨੇ ਹੋ ਗਏ ਕਈਆਂ ਨੇ ਤਾਂ ਕੰਮ ਕੀਤਾ ਹੀ ਨਹੀਂ ਆ ਨਹੀਂ ਫਿਰ ਉਹਨਾਂ ਦੀ ਐਂਟਾਈਟਲਮੈਂਟ ਹੈਗੀ ਆ ਜਿਹੜੇ 12 ਵੀਕਾਂ ਪਹਿਲਾਂ ਆ ਉਹਦੀ ਐਂਟਾਈਟਲਮੈਂਟ ਉਹ ਆ ਜਿਹੜੀ ਐਵਰੇਜ ਵੇਜਸ ਆ Okay. ਉਹ ਉਹਨਾਂ ਦੀ ਮੰਥਲੀ ਵੇਜ ਬਣ ਗਈ ਫਰਲੋ ਦੇ ਕੈਲਕੂਲੇਸ਼ਨ ਬਾਰੇ ਸੋ ਉਹਦਾ ਘਟਦੀ ਜਾ ਰਹੀ ਆ ਵੈਸੇ ਬਟ ਇਹ ਜਿਹੜਾ ਚੇਂਜ ਆ ਇੱਕ ਚੇਂਜ ਮੈਂ ਤੁਹਾਨੂੰ ਤੁਹਾਡੇ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਜਿਹੜੇ ਤੁਹਾਡੇ ਹੌਲੀਡੇਜ਼ ਆ ਹੁਣ ਨਾ ਗਵਰਨਮੈਂਟ ਨੇ ਪਾਸ ਕੀਤਾ ਆ ਬਈ ਤੁਸੀਂ ਆਪਣਾ ਜਿਹੜਾ ਐਨੂਅਲ ਲੀਵ ਤੁਹਾਨੂੰ ਜਿਹੜੇ 28 ਡੇਜ਼ ਮਿਲਦੇ ਆ ਸਾਲ ਦੇ ਓਬਵੀਅਸਲੀ ਜਿੱਦਾਂ ਲੋਕਡਾਊਨ ਦੇ ਵਿੱਚ ਹੌਲੀਡੇ ਆਪਾਂ ਨਹੀਂ ਗਏ ਜਾਂ ਆਪਾਂ ਦਿਨ ਨਹੀਂ ਆਫ ਕੀਤੇ ਹੌਲੀਡੇ ਤੇ ਤੁਸੀਂ ਹੁਣ ਨਾ 2 ਸਾਲ ਲਈ ਤੁਸੀਂ ਕੈਰੀ ਓਵਰ ਕਰ ਸਕਦੇ ਆ that's really important yes because employers ਦੱਸਦੇ ਨਹੀਂ ਹੈਗੇ employees ਨੂੰ ਸੋ ਧਿਆਨ ਨਾਲ ਸੁਣੋ ਤੁਸੀਂ ਆਪਣੇ ਹੈ ਨਾ ਜਿਹੜੇ ਐਨੂਅਲ ਲੀਵ ਆ ਯੂ ਕੈਨ ਕੈਰੀ ਇਟ ਫੋਰਵਰਡ ਓਵਰ 2 years ਸੋ 2 ਸਾਲਾਂ ਦੇ ਵਿੱਚ ਕੈਰੀ ਕਰ ਸਕਦੇ ਯਾਨੀ ਕਿ 올 ਟੁਗੇਦਰ 40 ਹੌਲੀਡੇਜ਼ ਬਣ ਜਾਂਦੇ ਜਿੱਦਾਂ ਐਗਜ਼ਾਮਪਲ ਅੱਜ 2020 ਦਾ ਹੌਲੀਡੇ ਇਹ ਪਹਿਲੀ ਤੇ ਜਨਵਰੀ ਦਾ ਸਟਾਰਟ ਹੁੰਦਾ ਰਾਈਟ ਤਾਂ 31st of December ਤੁਹਾਡਾ ਫਿਨਿਸ਼ ਹੋ ਗਿਆ ਜੇ ਤੁਸੀਂ ਹੈ ਨਾ ਇਸ ਸਾਲ ਦੇ 2020 ਦੇ ਹੌਲੀਡੇਜ਼ ਤੁਸੀਂ 10 ਹਜੇ ਬੁੱਕ ਕੀਤੇ ਆ ਹਾਂਜੀ ਫਿਰ ਤੁਹਾਡੇ ਜਿੱਦਾਂ 20 ਦਿਨ ਆਪਾਂ ਕਹਿ ਦਿੰਦੇ ਆ 20 ਦਿਨ ਤੁਹਾਡੇ ਲੈਫਟ ਹੋ ਗਏ ਰਾਈਟ ਰਹਿ ਗਏ ਤੁਹਾਡੇ 20 ਦਿਨ ਨਾਓ ਤੁਹਾਨੂੰ EMPLOYER ਨੇ ਕਹਿਣਾ ਆ ਤੇਰੇ ਜਿਹੜੇ 20 ਦਿਨ ਆ ਤੁਸੀਂ ਨਹੀਂ ਲੈ ਸਕਦੇ ਬਿਟਵੀਨ ਨਾਓ ਐਂਡ 31st of December ਹਾਂਜੀ ਉਹ ਨਹੀਂ ਤੁਹਾਨੂੰ ਹੋਰ ਕੁਝ ਨਹੀਂ ਕਹਿਣਾ ਉਹ ਨਹੀਂ ਕਹਿਣਾ ਤੁਹਾਡਾ ਬਸ ਲੋਸਟ ਹੋ ਗਿਆ ਰਾਈਟ ਤੁਸੀਂ ਉਹਨਾਂ ਨੂੰ ਕਹਿਣਾ ਐਕਚੁਅਲੀ ਜਿਹੜੇ ਮੇਰੇ 20 ਦਿਨ ਆ ਮੈਂ ਹੈ ਨਾ 2021 ਤਾਂ 2022 ਦੇ ਵਿੱਚ ਵੀ ਲੈ ਸਕਦੀ ਆ Okay, so you got another year to follow because ਇੱਕਦਮ ਸਾਰੇ holidays ਲੈਣੇ employer ਨੂੰ ਵੀ ਦੇਣੇ ਔਖੇ ਹੋ ਜਾਂਦੇ ਹੈ ਹਾਂਜੀ ਸੋ ਇਕੱਠੇ ਸੋ ਲਾਸਟ ਜਿਹੜਾ ਕੁਐਸਚਨ ਹੈਲਥ ਐਂਡ ਸੇਫਟੀ ਬਾਰੇ ਕੁਇਕਲੀ ਸਾਡੇ ਵਿਊਅਰਸ ਨੂੰ ਦੱਸ ਦਿਓ ਬਿਫੋਰ ਵੀ ਫਿਨਿਸ਼ ਆਵਰ ਸ਼ੋ ਓਕੇ ਹੈਲਥ ਐਂਡ ਸੇਫਟੀ ਇਜ਼ ਕੁਆਇਟ ਇੰਪੋਰਟੈਂਟ ਬਿਕਾਜ਼ ਜਿਹੜਾ ਕੋਵਿਡ ਦਾ ਆ ਆਪਾਂ ਨੂੰ ਪਤਾ ਮੈਂ ਆਪ ਪੜ੍ਹਿਆ ਕੇਸ ਜਿੱਦਾਂ ਮੈਂ ਨਾਂ ਨਹੀਂ ਲੈਣਾ ਚਾਹੁੰਦੀ ਪਰ ਉੱਦਾਂ ਮੈਂ ਪੇਪਰਾਂ ਦੇ ਵਿੱਚ ਪੜ੍ਹਿਆ ਵੀ ਜਿਹੜੇ ਫੈਕਟਰੀ ਆ ਲੈਸਟਰ ਦੇ ਵਿੱਚ ਆ ਫੋਰ ਐਗਜ਼ਾਮਪਲ ਉਹਨਾਂ ਦੇ ਕੋਲ ਹੈਲਥ ਐਂਡ ਸੇਫਟੀ ਕੋਈ ਹੈ ਨਹੀਂ ਕੋਵਿਡ ਦਾ ਜਿੱਦਾਂ ਕੋਵਿਡ ਨੇ ਕਿਹਾ ਆਪਾਂ ਡਿਸਟੈਂਸ ਕਰਨਾ ਆਪਾਂ ਸਾਈਨ ਕਰਨਾ ਆਪਾਂ ਸੈਨੀਟਾਈਜ਼ ਕਰਨਾ ਆਪਾਂ ਫੇਸ ਹੈਂਡਸ ਐਵਰੀਥਿੰਗ ਸਪੇਸ ਕਰਨਾ ਹੈ ਨਾ ਉਹਨੇ ਨਹੀਂ ਕੀਤਾ ਆਪਣੇ ਫੈਕਟਰੀਆਂ ਦੇ ਵਿੱਚ ਸੋ ਤੁਸੀਂ ਕਹਿ ਸਕਦੇ EMPLOYMENT ਲੈਜਿਸਲੇਸ਼ਨ ਦਾ ਚੇਂਜ ਹੋਇਆ ਆ ਤੁਸੀਂ ਹੁਣ ਕਹਿ ਸਕਦੇ ਵੀ ਮੈਂ ਕੰਮ ਤੇ ਨਹੀਂ ਆਉਣਾ ਕਰਕੇ ਤੁਸੀਂ ਹੈਲਥ ਐਂਡ ਸੇਫਟੀ
ਆਪਣੇ ਇੰਪਲੀਮੈਂਟ ਨਹੀਂ ਕੀਤਾ ਤਾਂ ਮੈਂ ਨਹੀਂ ਆਉਣਾ ਹੈਗਾ ਕਰਕੇ ਮੈਨੂੰ ਵੀ ਕੋਵਿਡ ਮਿਲ ਸਕਦਾ ਆ ਹਨਾ ਮੈਂ ਨਹੀਂ ਆਉਣਾ ਹੈਗਾ ਸੋ ਜੇ ਤੁਹਾਨੂੰ ਫਿਰ ਉਹਨੂੰ ਸੈਕ ਦੇ ਦਿੱਤੀ ਉਹਨੇ ਕਿ ਫਿਰ ਤੂੰ ਜਾ ਫਿਰ ਜੇ ਤੂੰ ਨਹੀਂ ਆਉਣਾ ਤੂੰ ਘਰੇ ਬਹਿ ਜਾ ਤੈਨੂੰ ਸੈਕ ਦੇ ਦਿੱਤਾ ਰਾਈਟ ਆਪਣੇ ਕਾਫੀ ਜਿਹੜੇ ਲੋਕ ਹੈ ਉਹਨਾਂ ਦੇ ਨਾਲ ਇਦਾਂ ਹੋਇਆ ਵੀ ਹੈ ਕਵਿਤਾ ਹੀ ਹੈ but I'm not going to mention but ਹਾਂਜੀ ਤੁਸੀਂ ਇਦਾਂ ਕਰੋ ਹਨਾ ਜੇ ਇਦਾਂ ਹੋਇਆ ਉਹਨਾਂ ਨੂੰ ਮੇਰਾ ਨੰਬਰ ਦੇ ਦਿਓ ਮੈਂ ਕੁਆਇਟ ਹੈਪੀ ਮੈਂ ਫ੍ਰੀ ਗੱਲ ਕਰ ਸਕਦੀ ਹਾਂ ਇਟਸ ਨਾਟ ਅ ਪ੍ਰੋਬਲਮ ਬਿਕਾਜ਼ ਮੈਨੂੰ ਚੰਗਾ ਨਹੀਂ ਲੱਗਦਾ ਵੀ ਜਿਹੜੇ ਇਹ ਲੋ ਆ ਹਨਾ ਇਹ ਪ੍ਰੋਟੈਕਟ ਕਰਨੇ ਨੂੰ ਇੱਥੇ ਆ EMPLOYEES ਨੂੰ ਪਰ ਜਿਹੜੇ ਇਹ EMPLOYERS ਆ ਇਹ ਫਲਾਊਟ ਕਰਦੇ ਰਾਈਟ ਇਹ ਸੋਚਦੇ ਵੀ ਇਹਨਾਂ ਨੂੰ ਪਤਾ ਨਹੀਂ ਹੈਗਾ ਇਹਨਾਂ ਕੋਲ ਪੈਸੇ ਹੈ ਨਹੀਂ ਇਹਨਾਂ ਕੀ ਵਕੀਲ ਕੋਲ ਨਹੀਂ ਜਾਣਾ ਹੈਗਾ ਚੈੱਕ ਕਰ ਦਿੰਦੇ ਆ ਸੋ ਤੁਸੀਂ ਚੈੱਕ ਨਹੀਂ ਕਰ ਸਕਦੇ ਬਿਕਾਜ਼ ਯੂ ਪ੍ਰੋਟੈਕਟਡ ਹੈਲਥ ਐਂਡ ਸੇਫਟੀ ਤੁਹਾਨੂੰ ਪ੍ਰੋਟੈਕਟ ਕਰਦੀ ਕੋਵਿਡ ਦਾ so because it's by law ਨੇ ਕਿਹਾ ਹੋਇਆ ਹੈ ਕਿ ਤੁਸੀਂ ਆਪਣੇ ਅਗਰ ਕਿਸੇ ਵੀ ਕੰਮ ਕਰਦੇ ਹੋ ਅਗਰ ਸੇਫ ਨਹੀਂ ਹੈ ਬਟ ਕਿਉਂਕਿ ਡਰ ਹੁੰਦਾ ਵੀ ਅਗਰ ਹੁਣ ਅਸੀਂ ਇਹ ਰਿਪੋਰਟ ਕਰਤੀ ਤੇ ਮੁੜ ਕੇ ਸਾਨੂੰ ਕੰਮ ਨਹੀਂ ਮਿਲਣਾ ਤੇ ਉਹਦੇ ਵਿੱਚ ਫਿਰ ਉਹਨਾਂ ਨੇ ਕੀ ਕਰਨਗੇ ਜੇਕਰ ਮੰਨ ਲਓ ਵੀ ਅਗਰ ਕਿਸੇ ਕੋਲ ਕੰਮ ਨੂੰ ਕੱਢ ਦਿੱਤਾ ਕਿਸੇ ਨੂੰ ਕੰਮ ਤੋਂ ਤੇ ਉਹਨਾਂ ਨੇ ਰਿਪੋਰਟ ਹੁਣ ਤੁਹਾਨੂੰ ਦੱਸਦੇ ਆ ਤੇ ਫਿਰ ਉਹ ਕਹਿੰਦੇ ਵੀ ਅਸੀਂ ਇਹਨੂੰ ਰੱਖਣਾ ਨਹੀਂ ਕੰਮ ਤੇ ਕੀ ਇਦਾਂ ਨਹੀਂ ਫਿਰ ਤੁਸੀਂ ਪ੍ਰੋਟੈਕਟ ਆ ਤੁਸੀਂ ਹੈ ਨਾ ਅਨਫੇਅਰ ਡਿਸਮਿਸਲ ਦਾ ਕਲੇਮ ਕਰ ਸਕਦੇ ਆ ਓਕੇ ਹਾਂਜੀ ਬਿਕਾਜ਼ ਉਹ ਡਿਸਮਿਸ ਨਹੀਂ ਕਰ ਸਕਦੇ ਤੁਹਾਨੂੰ ਤੁਹਾਡਾ ਪ੍ਰੋਟੈਕਸ਼ਨ ਤਾਂ ਹੀ ਉੱਥੇ ਪ੍ਰੋਟੈਕਸ਼ਨ ਆ ਯੂ ਕਾਂਟ ਡਿਸਮਿਸ ਨਾ ਕਰਿਓ EMPLOYERS ਜਿਹੜੇ ਦੇਖਦੇ ਤੁਸੀਂ ਡਿਸਮਿਸ ਨਾ ਕਰਿਓ ਨਾਲੇ ਹੈ ਜਿਹੜੀ ਫਰਲੋ ਦਾ ਜਿਹਦਾ ਰੀਜ਼ਨ ਫਰਲੋ ਦਾ ਆ ਵੀ ਆਪਾਂ ਨੂੰ ਸੈਕ ਨਹੀਂ ਕਰਨਾ ਪੈਣਾ ਤਾਂ ਹੀ ਤਾਂ 80% ਗਵਰਨਮੈਂਟ ਦੇਣ ਲੱਗਾ ਆ ਪਰ ਜਿੱਦਾਂ ਤੁਸੀਂ ਜਿਹੜਾ ਕਲੀਅਰ ਕਰਤਾ ਕਿ ਜਿਹੜਾ ਹੈਗਾ ਕਿ ਹੈਲਥ ਐਂਡ ਸੇਫਟੀ ਰੀਜ਼ਨ ਕਰਕੇ ਸਪੈਸ਼ਲੀ ਕੋਵਿਡ ਦੇ ਦੌਰਾਨ ਜੇਕਰ ਉੱਥੇ ਨਹੀਂ ਰਾਈਟ ਸੇਫਟੀ ਹੈਗੀ ਹੈ ਤੇ ਡੈਫੀਨੇਟਲੀ ਯੂ ਕੈਨ ਕੰਪਲੇਨ ਅਬਾਊਟ ਦੈਟ ਪ੍ਰੋਸੀਜਰ ਵਾਟ ਦੇ ਡੂਇੰਗ ਐਂਡ ਤੁਹਾਨੂੰ ਇਹ ਹੈਗਾ ਕਿ ਉਹ ਸੈਕ ਵੀ ਨਹੀਂ ਕਰ ਸਕਦੇ ਐਂਡ ਫਰਦਰ ਕੇਸ ਵੀ ਲਿੱਤਾ ਜਾਏਗਾ ਉਹਨਾਂ ਤੇ ਐਂਡ ਉਹ ਤੁਹਾਨੂੰ ਕੰਮ ਤੋਂ ਕੱਢ ਵੀ ਨਹੀਂ ਸਕਦੇ ਇਜ਼ਨ ਇਟ ਕਵਿਤਾ ਡਿਊ ਟੂ ਦੈਟ ਰੀਜ਼ਨ ਜੇ ਕੱਢ ਦਾ ਕੰਮ ਤੇ ਉਹ ਤੁਸੀਂ ਫਿਰ ਅਨਫੇਅਰ ਡਿਸਮਿਸਲ ਕਲੇਮ ਆਪਣਾ ਲੌਂਚ ਕਰ ਸਕਦੇ ਆ Okay, so ਹੁਣ ਜਿਹੜੀ ਵੀ ਜਾਣਕਾਰੀ ਕਵਿਤਾ ਜੀ ਨੇ ਦਿੱਤੀ ਸੌਰੀ ਇੱਕ ਮਿੰਟ ਜਦੋਂ ਤੁਸੀਂ ਨਾ ਅਨਫੇਅਰ ਡਿਸਮਿਸਲ ਕਲੇਮ ਤੁਸੀਂ ਲੌਂਚ ਕਰਨਾ ਤੁਹਾਡੇ ਕੋਲ 3 ਮਹੀਨੇ ਦੇ ਵਿੱਚ ਕਰਨਾ ਚਾਹੀਦਾ ਫਿਰ ਤੁਹਾਡੀ ਡੈਡਲਾਈਨ ਪਾਸ ਹੋ ਗਈ ਫਿਰ ਨਹੀਂ ਤੁਸੀਂ ਕਲੇਮ ਕਰ ਸਕਦੇ ਰਾਈਟ 3 ਮਹੀਨੇ ਦੇ ਵਿੱਚ ਤੁਹਾਨੂੰ ਲੌਂਚ ਕਰਨਾ ਪੈਂਦਾ ਆਪਣਾ ਕਲੇਮ ਸੋ ਮੰਨ ਲਓ ਜੇਕਰ ਥੋੜਾ ਚਿਰ ਪਹਿਲੇ ਹੋਇਆ ਅਬਾਊਟ ਫਿਊ ਵੀਕਸ ਉਹ ਕਰ ਸਕਦੇ 3 ਮਹੀਨੇ ਦੇ ਵਿੱਚ ਹੋਣਾ ਚਾਹੀਦਾ ਬੇਸਿਕਲੀ ਸੋ ਬਿਫੋਰ ਵੀ ਫਿਨਿਸ਼ ਲਾਸਟ ਮੈਸੇਜ ਜਸਟ ਜੇ ਤੁਸੀਂ ਨਾ ਆਪਣੇ ਫੈਮਿਲੀ ਨੂੰ ਦਾ ਪ੍ਰੋਬਲਮ ਹੈਗਾ ਆ ਤੁਸੀਂ ਟਰਾਈ ਕਰੋ ਰਿਜ਼ੋਲਵ ਕਰੋ ਐਂਡ ਜੇ ਤੁਹਾਡੇ ਕੰਮ ਤੱਕ ਕੋਈ ਪ੍ਰੋਬਲਮ ਹੈਗਾ ਆ ਛੇਤੀ ਐਡਵਾਈਸ ਲਓ ਪਲੀਜ਼ ਐਂਡ ਸਟੇ ਸੇਫ ਓਕੇ ਜੀ ਸਾਡਾ ਹੈਲਥ ਟਾਕ ਸ਼ੋ ਇੱਥੇ ਫਿਨਿਸ਼ ਹੁੰਦਾ ਹੈ ਉਮੀਦ ਕਰਦੇ ਹਾਂ ਕਿ ਸਾਨੂੰ ਬਹੁਤ ਸਾਰੀ ਜਾਣਕਾਰੀ ਮਿਲੀ ਹੋਏਗੀ ਕਵਿਤਾ ਜੀ ਕੋਲੋਂ ਸਾਡੇ ਵਿਊਅਰਸ ਨੂੰ ਬਹੁਤ ਪਸੰਦ ਆਏਗਾ ਸਾਡਾ ਸ਼ੋ ਮਿਲਾਂਗੇ ਨੈਕਸਟ ਵੀਕ ਕਿਸੇ ਹੋਰ ਟੌਪਿਕ ਤੇ ਗੱਲਬਾਤ ਕਰਨ ਦੇ ਲਈ ਤੇ ਇੱਕ ਹੋਰ ਨਵੇਂ ਗੈਸਟ ਦੇ ਨਾਲ ਤਦ ਤੱਕ ਮੇਰੇ ਵੱਲੋਂ ਬਲਬੀਰ ਵੱਲੋਂ ਸਤਿ ਸ਼੍ਰੀ ਅਕਾਲ ਸਲਾਮ ਐਂਡ ਨਮਸਤੇ